गुरु है बाणी विच बाणी अमृत सारी। गुरबाणी कह सेवक जन मानै परतख गुरु निस्तारे। सेवक सिख पूजन सब आवहि सब गावहि हर हर उत्तम बानी। गाविया सुनिया तिनका हर थाई पावै। जिन सतगुर की आज्ञा सत सत कर मानी। जे सौ चंदा उगवै सूरज चढ़े हजार। इते चानण होंदिया गुर बिन घोर अंधार। कुंभी बद्दा जल रहै जल बिन कुंभ ना होए। ज्ञान का बद्दा मन रहै गुर बिन ज्ञान न होए। सो कहो टल गुर सेविया अहनस सहज सुपाय। दर्शन परसय गुरु कै जन्म मरण दुख जा। सज्जन सच्चा पातशाह सिर शाह दशा। सतनाम श्री वाहिगुरु साहिब जी। राग वड हंस महला पंजवा। शांत घर चौथा। इको ओंकार सतगुर प्रसाद। गुर मिल लद्दा जी राम प्यारा राम। एहो तन मन दितड़ा वारो वारा राम। गुर मिल लद्दा जी राम प्यारा राम। एहो तन मन दितड़ा वारो वारा राम। तन मन दिता पब जल जिता। चूकी कान जमानी अस्थिर थिया। अमृत पिया रहया आवण जानी। सो कर लद्दा सहज समद्दा हर का नाम आधार। कहो नानक सुख माने रलिया गुर पूरे को नमस्कारा। सुन सज्जन जी मैंडड़े मीता राम। गुर मंत्र शब्द सच दिता राम। सच शब्द ते आया मंगल गाया। चूके मन हो आदेसा सो प्रभ पाया। कत
ਸਦਾ ਸੰਗ ਬੈਸਾ। ਪ੍ਰਭ ਜੀ ਭਾਣਾ ਸੱਚਾ ਮਾੜਾ, ਪ੍ਰਭ ਹਰ ਤਨ ਸਹਿਜ ਦੀਤਾ। ਕਹੋ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ। ਭਉ ਭਾਣਾ ਤਾ ਤ੍ਰਿਪਤ ਅਘਾਏ ਰਾਮ, ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ। ਮਨ ਥੀਆ ਠੰਡਾ ਚੁਕੀ ਡੰਝਾ, ਪਾਇਆ ਬਹੁਤ ਖਜ਼ਾਨਾ। ਸਿੱਖ ਸੇਵਕ ਸਭ ਪੁੰਚਣ ਲੱਗੀ, ਹਉ ਸਤਿਗੁਰ ਕੈ ਕੁਰਬਾਨਾ। ਨਿਰਭਉ ਭਾਈ ਖਸਮ ਰੰਗ ਰਾਤੀ, ਤੇ ਜਮ ਕੀ ਤਰਾਸ ਬੁਝਾਏ। ਨਾਨਕ ਦਾਸ ਦਾ ਸੰਗ ਸੇਵਕ, ਤੇਰੀ ਭਗਤ ਕਰੋ ਲਿਵ ਲਾਈ। ਪੂਰੀ ਆਸਾ ਜੀ ਮਨਸਾ ਮੇਰੀ ਰਾਮ, ਮੋਹਿ ਨਿਰਗੁਣ ਜੀਉ ਸਭ ਗੁਣ ਤੇਰੇ ਰਾਮ। ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਾਲਾਹੀ। ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਿਆ ਖਿਨ ਮਾਹੀ। ਨੌ ਨਿਤ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ। ਕਹੋ ਨਾਨਕ ਮੈਂ ਵਰ ਘਰ ਪਾਇਆ, ਮੇਰੇ ਲਾਥੇ ਜੀ ਸਗਲ ਵਸੂਰੇ। ਨੌ ਨਿਤ ਪਾਈ ਵਜੀ ਵਾਧਾਈ, ਵਾਜੇ ਅਨਹਦ ਤੂਰੇ। ਕਹੋ ਨਾਨਕ ਮੈਂ ਵਰ ਕਰ ਪਾਇਆ, ਮੇਰੇ ਲਾਥੇ ਜੀ ਸਗਲ ਵਸੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਖਰ ਏ ਮੌਜੂਦਾਤ ਸਿਫਤੋ ਸਿਫਾਤ ਦੇ ਇਲਾਹੀ ਮੁਜੱਸਮੇ, ਸ਼ਬਦ ਗੁਰੂ ਸ਼ਬਦਾ ਅਵਤਾਰ, ਬਾਣੀ ਦੇ ਬੋਹਿਤ ਕਲਯੁਗ ਦੇ ਜਹਾਜ਼। ਆਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁਬਾਰਕ ਮਿੱਠੀ ਤੇ ਨਿੱਘੀ ਗੋਦ ਵਿੱਚ ਜੁੜ ਬੈਠ ਕਰਕੇ ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਦੀਆਂ ਹਾਜ਼ਰੀਆਂ ਭਰ ਕੇ ਸਤਿਗੁਰੂ ਦੇ ਦਰ ਕਰਦੀਆਂ ਅਸੀਸਾਂ, ਬਖਸ਼ਿਸ਼ਾਂ, ਨਦਰੀ ਕਿਆਮਤਾਂ ਪ੍ਰਾਪਤ ਕਰ ਰਹੀ ਗੁਰੂ ਰੂਪ, ਗੁਰੂ ਖਾਲਸਾ, ਗੁਰੂ ਸਵਾਰੀ ਸਾਧ ਸੰਗਤ ਜੀ, ਅੱਜ ਅੰਮ੍ਰਿਤ ਵੇਲੇ ਸੋਹਣੇ ਤਖਤਾਂ ਤੇ ਸੁਭਾਏਮਾਨ ਹੋ ਕਰਕੇ ਦੀਨ ਦੁਨੀਆ ਦੇ ਪਾਤਸ਼ਾਹ ਸ਼ਬਦ ਆਵਾਜ਼, ਸ਼ਬਦ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਕਲਯੁਗੀ ਜੀਵਾਂ ਨੂੰ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਸ ਅੰਮ੍ਰਿਤਮਈ ਉਪਦੇਸ਼ ਦੇ ਵਿਚਾਰ ਸਰਵਣ ਕਰ ਰਹੀ ਗੁਰੂ ਰੂਪ, ਗੁਰੂ ਖਾਲਸਾ ਸਾਧ ਸੰਗਤ, ਬਹੁਤ ਵੱਡੇ ਭਾਗ ਨੇ ਸਾਡੇ, ਜੋ ਸਤਿਗੁਰੂ ਪਾਤਸ਼ਾਹ ਨੇ ਆਪ ਕਿਰਪਾ ਕਰਕੇ ਆਪਣੇ ਮੁਬਾਰਕ ਚਰਨਾਂ ਦੀਆਂ ਇਹ ਘੜੀਆਂ ਬਖਸ਼ਿਸ਼ ਕੀਤੀਆਂ ਨੇ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀ। ਸਤਿਗੁਰੂ ਕਹਿੰਦੇ ਦੁਨੀਆ ਦਾ ਹਰੇਕ ਮਨੁੱਖ ਸਾਹਿਬ ਦੇ ਦਰ ਤੇ ਚੱਲ ਕੇ ਉਹਨਾਂ ਚਿਰ ਨਹੀਂ ਆ ਸਕਦਾ ਜਿੰਨਾ ਚਿਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਉਸ ਜੀਵ ਤੇ ਰਹਿਮਤ ਨਾ ਹੋਵੇ। ਕਿਉਂਕਿ ਜਿਨ ਕੇ ਚਿੱਤ ਕਠੋਰ ਹੈ, ਸੇ ਬਹਿ ਨਾ ਸਤਿਗੁਰ ਪਾਸ। ਕੁੜਿਆਰ ਕੁੜਿਆਰੀ ਜਾਏ ਰਲੇ,
ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਸੱਚ ਦਾ ਚੋਗਾ ਚੁਗ ਰਹੀ ਗੁਰੂ ਰੂਪ ਖਾਲਸਾ ਸਾਧ ਸੰਗਤ। ਅੱਜ ਦਾ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਸਤਿਗੁਰੂ ਪਾਤਸ਼ਾਹ ਨੇ ਹੁਕਮ ਰੂਪ ਦੇ ਵਿੱਚ ਬਖਸ਼ਿਸ਼ ਕੀਤਾ ਹੈ, ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ ਨੰਬਰ 576 ਅਤੇ 77 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਸ ਅੰਮ੍ਰਿਤਮਈ ਸ਼ਬਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਨੂੰ ਕਲਯੁਗੀ ਜੀਵਾਂ ਨੂੰ ਜੋ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕਰਦੇ ਹਨ, ਉਸ ਅੰਮ੍ਰਿਤਮਈ ਉਪਦੇਸ਼ ਦੀ ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਆਓ ਸਤਿਗੁਰੂ ਦੇ ਮੁਬਾਰਕ ਚਰਨਾਂ ਵਿੱਚ ਹਾਜ਼ਰੀ ਲਗਾਈਏ ਅਤੇ ਰਸਨਾ ਦੀ ਸਾਂਝ ਕਰਦਿਆਂ ਇੱਕ ਵਾਰੀ ਗੱਜ ਕੇ ਆਖੀਏ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬਾਂ ਨੇ ਅੱਜ ਦੇ ਇਸ ਅੰਮ੍ਰਿਤਮਈ ਸ਼ਬਦ ਦੇ ਅੰਦਰ ਗੁਰੂ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ। ਗੁਰੂ ਨੂੰ ਮਿਲ ਕੇ ਮਨੁੱਖ ਨੂੰ ਸੰਸਾਰ ਤੇ ਕਿਹੜੀਆਂ ਪ੍ਰਾਪਤੀਆਂ ਹੁੰਦੀਆਂ ਨੇ, ਗੁਰੂ ਦੇ ਦਰ ਤੋਂ ਜੀਵ ਨੂੰ ਕਿਹੜੀਆਂ ਬਖਸ਼ਿਸ਼ਾਂ ਹੁੰਦੀਆਂ ਨੇ, ਔਰ ਗੁਰੂ ਨੂੰ ਮਿਲ ਕੇ ਹਿਰਦੇ ਰੂਪੀ ਘਰ ਨੂੰ ਠੰਡ ਕਿਵੇਂ ਪ੍ਰਾਪਤ ਹੁੰਦੀ, ਇਹ ਸਾਰੀਆਂ ਬਾਤਾਂ ਦਾ ਜ਼ਿਕਰ ਅੱਜ ਦੇ ਮੁਬਾਰਕ ਉਪਦੇਸ਼ ਦੇ ਅੰਦਰ ਸਤਿਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ। ਕਿਉਂਕਿ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤੇ ਹਿਲੋਏ, ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ। ਹੋਰ ਬੜੇ ਪਿਆਰੇ ਬਚਨ ਨੇ ਸਤਿਗੁਰੂ ਦੇ, ਗੁਰੂ ਦੀ ਮਹਿਮਾ ਦੇ ਪ੍ਰਤੀ ਕਿ ਗੁਰੂ ਕੀ ਹੈ। ਗੁਰ ਦਾਤਾ ਸਮਰੱਥ ਗੁਰ, ਗੁਰ ਸਭ ਮੈਂ ਰਹਿਆ ਸਮਾਏ, ਗੁਰ ਪਰਮੇਸ਼ਰ ਪਾਰ ਬ੍ਰਹਮ, ਗੁਰ ਡੁੱਬਦਾ ਲਏ ਤਰਾਏ। ਗੁਰੂ ਨੂੰ ਦਾਤਾ ਵੀ ਕਿਹਾ, ਗੁਰੂ ਨੂੰ ਪਰਮੇਸ਼ਰ ਵੀ ਕਿਹਾ, ਗੁਰੂ ਨੂੰ ਪਰਮਾਤਮਾ ਵੀ ਕਿਹਾ। ਸਤਿਗੁਰੂ ਕਹਿੰਦੇ ਨੇ ਗੁਰੂ ਉਹ ਹੈ ਜੋ ਸਾਰੀਆਂ ਥਾਵਾਂ ਤੇ ਪਰਮੇਸ਼ਰ ਦੀ ਤਰ੍ਹਾਂ ਸਮਾਇਆ, ਔਰ ਜਿਵੇਂ ਪਾਰ ਬ੍ਰਹਮ ਗੁਰ ਨਾਹੀ ਭੇਦ। ਸਤਿਗੁਰੂ ਕਹਿੰਦੇ ਨੇ ਪਰਮਾਤਮਾ ਵਿੱਚ ਤੇ ਗੁਰੂ ਦੇ ਵਿੱਚ ਕੋਈ ਫਰਕ ਨਹੀਂ, ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਤੇ ਪਰਮੇਸ਼ਰ ਇੱਕ ਨੇ। ਜਿਵੇਂ ਸਤਿਗੁਰਾਂ ਦੇ ਹੋਰ ਬੜੇ ਪਿਆਰੇ ਬਚਨ ਨੇ, ਪੋਥੀ ਪਰਮੇਸ਼ਰ ਕਾ ਥਾਨ। ਕਿਉਂਕਿ ਜਿਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਚਨਾ ਕੀਤੀ, ਕੁਝ ਸਮਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਆਪ ਬੈਠਿਆ ਕਰਦੇ ਸਨ। ਸੰਗਤਾਂ ਨੇ ਆ ਕੇ ਸਤਿਗੁਰੂ ਪਾਤਸ਼ਾਹ ਦੇ ਦਰਸ਼ਨ ਕਰਿਆ ਕਰਨੇ, ਬੜੇ ਸਤਿਕਾਰ ਸਹਿਤ ਸਤਿਗੁਰੂ ਨੂੰ ਨਮਸਕਾਰ ਕਰਨੀ। ਔਰ ਇੱਕ ਦਿਨ ਐਸਾ ਆਇਆ ਜਦੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ ਬਾਣੀ ਦਾ ਜਹਾਜ਼ ਤਿਆਰ ਕਰ ਦਿੱਤਾ। ਕਿਉਂਕਿ ਉਦੋਂ ਪਹਿਲਾਂ ਗੁਰਬਾਣੀ ਪੋਥੀਆਂ ਦੇ ਰੂਪ ਵਿੱਚ ਸੀ ਤੇ ਆਮ ਤੌਰ ਤੇ ਗੁਰਬਾਣੀ ਨੂੰ ਜਿਵੇਂ ਅਸੀਂ ਗੁਟਕਾ ਸਾਹਿਬ ਕਹਿ ਦਿੰਦੇ ਆ, ਇਸੇ ਤਰ੍ਹਾਂ ਉਸ ਵਕਤ ਗੁਰਬਾਣੀ ਨੂੰ ਗੁਟਕੇ ਨੂੰ ਪੋਥੀ ਕਿਹਾ ਜਾਂਦਾ ਸੀ। ਹੁਣ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜਦੋਂ ਮੀਣਿਆਂ ਨੇ ਗੁਰਬਾਣੀ ਦੇ ਅੰਦਰ ਰਲਾ ਪਾਉਣਾ ਸ਼ੁਰੂ ਕੀਤਾ, ਪ੍ਰਿਥੀ ਚੰਦ ਆਦਿ ਵਰਗੇ ਸਤਿਗੁਰੂ ਪਾਤਸ਼ਾਹ ਦੇ ਨਾਲ ਈਰਖਾ ਕਰਦੇ ਹੋਏ ਨਾਨਕ ਦੀ ਛਾਪ ਲਾ ਕੇ ਬਹੁਤ ਸਾਰੀ ਕੱਚੀ ਬਾਣੀ ਰਚਣ ਲੱਗ ਪਏ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੋਲ ਸੰਗਤਾਂ ਬਾਰ-ਬਾਰ ਆ ਕੇ ਪੁੱਛਦੀਆਂ ਨੇ ਕਿ ਸਤਿਗੁਰੂ ਜੀ, ਕੱਚੀ ਬਾਣੀ ਕਿਹੜੀ ਹੈ ਤੇ ਸੱਚੀ ਕਿਹੜੀ? ਅੱਜ ਕੱਲ ਆਪਾਂ ਵਿਆਹ ਸ਼ਾਦੀ ਦੇ ਕਾਰਡਾਂ ਤੇ ਕਈ ਵਾਰੀ ਸ਼ਬਦ ਪੜ੍ਹਿਆ ਹੋਵੇਗਾ, ਲਿਖਿਆ ਹੁੰਦਾ ਸਤਿਗੁਰੂ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ, ਦਾਸਾਂ ਕਾਰਜ ਆਪ ਸਵਾਰੇ ਇਹ ਉਸ ਦੀ ਵਡਿਆਈ। ਕਈ ਸੱਜਣ ਭੁਲੇਖਾ ਖਾ ਜਾਂਦੇ ਨੇ ਵੀ ਸ਼ਾਇਦ ਇਹ ਗੁਰਬਾਣੀ ਦਾ ਸ਼ਬਦ ਹੋਵੇਗਾ, ਪਰ ਨਹੀਂ। ਟਰੈਕਟਰਾਂ ਤੇ ਗੱਡੀਆਂ ਦੀ ਟਰਾਲੀਆਂ ਤੇ ਅਸੀਂ ਆਮ ਤੌਰ ਦੇ ਉੱਤੇ ਗੱਡੀਆਂ ਤੇ ਲਿਖਿਆ ਵੀ ਸ਼ਬਦ ਪੜ੍ਹਿਆ ਹੋਵੇਗਾ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਹੁਣ ਇਹ ਸ਼ਬਦ ਵੀ ਗੁਰਬਾਣੀ ਦਾ ਨਹੀਂ, ਪਰ ਨਾਨਕ ਸ਼ਬਦ ਹੋਣ ਕਰਕੇ ਭੁਲੇਖਾ ਖਾ ਜਾਂਦਾ। ਉਸ ਵਕਤ ਦੇ ਸੰਗਤਾਂ ਜਦੋਂ ਪ੍ਰਿਥੀ ਚੰਦ ਨੇ ਨਾਨਕ ਦੀ ਛਾਪ ਲਾ ਕੇ ਬਹੁਤ ਸਾਰੀ ਕੱਚੀ ਬਾਣੀ ਰਚਣੀ ਸ਼ੁਰੂ ਕੀਤੀ ਤੇ ਸੰਗਤਾਂ ਬਹੁਤ ਸਾਰਾ ਭੁਲੇਖਾ ਖਾਣ ਲੱਗ ਪਈਆਂ
ਅਖੀਰ ਸੰਗਤਾਂ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਵਿੱਚ ਆ ਕੇ ਜਦੋਂ ਬਾਰ-ਬਾਰ ਬੇਨਤੀਆਂ ਕੀਤੀਆਂ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਹੁਣ ਵਕਤ ਹੈ, ਜੇ ਇਸੇ ਤਰ੍ਹਾਂ ਸਿਲਸਿਲਾ ਚੱਲਦਾ ਰਿਹਾ ਤੇ ਅਸੀਂ ਵੀ ਭੁਲੇਖਾ ਖਾਣ ਲੱਗ ਪਏ ਤੇ ਆਮ ਸੰਗਤ ਦੀ ਵਿਚਾਰ ਕੀ ਹੋਵੇਗੀ। ਤੇ ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਚਨ ਕੀਤਾ, ਭਾਈ ਗੁਰਦਾਸ ਗੁਰੂ ਕੀ ਬਾਣੀ ਜੁਦਾ ਕਰੀਏ, ਮੀਣੇ ਪਾਣ ਲੱਗੇ ਨੀ ਰਲਾ ਸੋ ਨਿਆਰੀ ਕਰ ਧਰੀ। ਕਹਿੰਦੇ ਭਾਈ ਗੁਰਦਾਸ ਜੀ ਹੁਣ ਉਹ ਸਮਾਂ ਨਹੀਂ ਰਿਹਾ, ਆਪਾਂ ਗੁਰਬਾਣੀ ਦਾ ਇੱਕ ਵੱਖਰਾ ਜਹਾਜ਼ ਤਿਆਰ ਕਰਦੇ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਾਮਸਰ ਦੇ ਸਥਾਨ ਤੇ ਬੈਠ ਕੇ ਇਹ ਗੁਰਬਾਣੀ ਦਾ ਜਹਾਜ਼ ਤਿਆਰ ਕੀਤਾ। ਪਰ ਜਿਸ ਵਕਤ ਹਰਿਮੰਦਰ ਸਾਹਿਬ ਦੇ ਅੰਦਰ ਬੜੇ ਸਤਿਕਾਰ ਸਹਿਤ ਮੇਰੇ ਪਾਤਸ਼ਾਹ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੂਪ ਨੂੰ ਲੈ ਕੇ ਆਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਆ ਕੇ ਪ੍ਰਕਾਸ਼ ਕੀਤਾ ਤੇ ਜਿਹੜਾ ਮਾਣ ਸਤਿਕਾਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਸੰਗਤ ਵਿੱਚ ਪ੍ਰਾਪਤ ਹੁੰਦਾ ਸੀ, ਮੇਰੇ ਦਾਤੇ ਨੇ ਉਹ ਮਾਣ ਤੇ ਸਤਿਕਾਰ ਆਪਣੇ ਹੁੰਦਿਆਂ ਆਪਣੇ ਤੋਂ ਵਧੇਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤਾ। ਜਿਹੜਾ ਚੌਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉੱਤੋਂ ਦੀ ਝੁੱਲਦਾ ਸੀ, ਅੱਜ ਉਹ ਚੌਰ ਮੇਰੇ ਪਾਤਸ਼ਾਹ ਨੇ ਆਪ ਕਹਿ ਕੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਪਰ ਝੋਲਣ ਵਾਸਤੇ ਸਿੱਖਾਂ ਨੂੰ ਹੁਕਮ ਕੀਤਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅਗਲੇ ਪਾਸੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਤੇ ਆਪ ਮਗਰ ਨੀਵੇਂ ਹੋ ਕੇ ਬੈਠ ਗਏ। ਤੇ ਜਿਹੜੀਆਂ ਸੰਗਤਾਂ ਨਿਤ ਆਉਂਦੀਆਂ ਸੀ, ਕਿਉਂਕਿ ਸੰਗਤ ਨੂੰ ਅਜੇ ਪਤਾ ਨਹੀਂ, ਸੰਗਤ ਅਜੇ ਇਹੀ ਸੋਚਦੀ ਪਈ ਹੈ ਵੀ ਆਹ ਜਿਹੜੀ ਪੋਥੀ ਹੈ ਇੱਕ ਵੱਡੀ ਪੋਥੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਿਆਰ ਕਰ ਦਿੱਤੀ ਹੈ, ਪਹਿਲਾਂ ਛੋਟੀਆਂ ਪੋਥੀਆਂ ਸੀ। ਪਰ ਜਦੋਂ ਗੁਰੂ ਅਰਜਨ ਦੇਵ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਕਾਸ਼ਮਾਨ ਕੀਤਾ ਤੇ ਸੰਗਤਾਂ ਨੇ ਆ ਕੇ ਇਹ ਗੱਲ ਉਸ ਵਕਤ ਪੁੱਛੀ। ਕਈ ਕਹਿਣ ਲੱਗੇ ਜਿਹੜੇ ਸਰੀਰ ਨਾਲ ਪਿਆਰ ਕਰਨ ਵਾਲੇ ਸੀ, ਦਾਤਾ ਕਿ ਕਿੰਨਾ ਚੰਗਾ ਹੁੰਦਾ ਵੀ ਜਦੋਂ ਹਰਿਮੰਦਰ ਸਾਹਿਬ ਆਉਂਦੇ ਸੀ, ਆਉਂਦਿਆਂ ਸਾਰ ਪਹਿਲਾਂ ਤੁਹਾਡੇ ਦੀਦਾਰ ਹੁੰਦੇ ਸੀ, ਹੁਣ ਜਦੋਂ ਹਰਿਮੰਦਰ ਸਾਹਿਬ ਆਈਏ ਤੇ ਪਹਿਲਾਂ ਪੋਥੀ ਜੀ ਦੇ ਦਰਸ਼ਨ ਹੁੰਦੇ ਨੇ ਤੇ ਫਿਰ ਤੁਹਾਡੇ ਦੀਦਾਰ ਹੁੰਦੇ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਵੀ ਇਹ ਕੀ ਹੈ? ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਸ ਵਕਤ ਬੜੇ ਪਿਆਰੇ ਬਚਨ ਕਹੇ। ਸਤਿਗੁਰੂ ਕਹਿੰਦੇ, ਸਾਧ ਸੰਗਤ ਜੀ ਤੁਹਾਨੂੰ ਪਤਾ ਇਹ ਪੋਥੀ ਕੀ ਹੈ? ਸੰਗਤ ਕਹਿਣ ਲੱਗੀ, ਨਹੀਂ ਦਾਤਾ, ਸਾਡੇ ਭਾਅ ਦੀ ਪਹਿਲਾਂ ਗੁਰਬਾਣੀ ਦੀ ਛੋਟੀ ਪੋਥੀ ਸੀ, ਹੁਣ ਵੱਡੀ ਪੋਥੀ ਤਿਆਰ ਹੋ ਗਈ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਿਹਾ, ਇਹ ਪੋਥੀ ਹੀ ਨਹੀਂ, ਇਹ ਪੋਥੀ ਪਰਮੇਸ਼ਰ ਕਾ ਥਾਨ। ਕਹਿੰਦੇ ਇਹ ਰੱਬ ਦਾ ਘਰ ਹੈ, ਇਹ ਰੱਬ ਦਾ ਟਿਕਾਣਾ ਹੈ। ਤੇ ਮੈਂ ਆਪ ਜਾਣ ਬੁੱਝ ਕੇ ਪਿਛਲੇ ਪਾਸੇ ਹੋ ਕੇ ਤਾਂ ਬੈਠਾ ਤਾਂ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ਵਾਲੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਰੱਬ ਜੀ ਦੇ ਦਰਸ਼ਨ ਹੋਣ ਤੇ ਫਿਰ ਗੁਰੂ ਦੇ ਦੀਦਾਰ ਹੋਣ। ਕਹਿਣ ਤੋਂ ਭਾਵ ਇਹ ਪ੍ਰਤੱਖ ਸਤਿਗੁਰੂ ਨੇ ਹੁੰਦਿਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਰੱਬ ਜੀ ਕਹਿ ਕੇ ਸਤਿਕਾਰ ਦਿੱਤਾ ਕਿ ਇਹ ਰੱਬ ਜੀ ਨੇ, ਕਿਉਂਕਿ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਵਿਦ ਸ਼ਬਦ ਹੈ ਜਗ ਬਉਰਾ। ਸਤਿਗੁਰੂ ਪਾਤਸ਼ਾਹ ਦੀ ਗੁਰਬਾਣੀ 'ਚ ਅਨੇਕਾਂ ਸ਼ਬਦ ਮਿਲਦੇ ਨੇ, ਜਿਨ੍ਹਾਂ ਵਿੱਚ ਮੇਰੇ ਪਾਤਸ਼ਾਹ ਨੇ ਗੁਰ ਸ਼ਬਦ ਦੀ ਮਹਾਨਤਾ ਨੂੰ ਬਿਆਨ ਕੀਤਾ ਹੈ, ਸ਼ਬਦ ਨੂੰ ਰੱਬ ਜੀ ਕਹਿ ਕੇ ਪੁਕਾਰਿਆ ਔਰ ਸਤਿਗੁਰੂ ਪਾਤਸ਼ਾਹ ਨੇ ਰੱਬ ਜੀ ਕਹਿ ਕੇ ਸਨਮਾਨ ਦਿੱਤਾ। ਇਸੇ ਤਰ੍ਹਾਂ ਸਤਿਗੁਰੂ ਪਾਤਸ਼ਾਹ ਅੱਜ ਦੇ ਮੁਬਾਰਕ ਸ਼ਬਦ ਵਿੱਚ ਵੀ ਅੰਮ੍ਰਿਤ ਦੇ ਹੁਕਮ ਦੇ ਅੰਦਰ ਵੀ ਇਹ ਗੱਲ ਕਹਿ ਰਹੇ ਨੇ, ਸ਼ਬਦ ਵਿੱਚ ਸ਼ਬਦ ਗੁਰੂ ਦੇ ਅੰਦਰ ਤੇ ਰੱਬ ਜੀ ਦੇ ਅੰਦਰ ਕੋਈ ਫਰਕ ਨਹੀਂ। ਜਿਹੜਾ ਮਨੁੱਖ ਸ਼ਬਦ ਗੁਰੂ ਨਾਲ ਜੁੜ ਜਾਂਦਾ ਹੈ, ਉਸ ਮਨੁੱਖ ਦੀ ਸਾਂਝ ਉਹ ਰੱਬ ਜੀ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਲ ਬਣ ਜਾਂਦੀ। ਇਸ ਕਰਕੇ ਗੁਰੂ ਨਾਲ ਮਿਲਣਾ ਵੀ ਕੋਈ ਸੌਖੀ ਗੱਲ ਨਹੀਂ, ਕਿਉਂਕਿ ਗੁਰੂ ਵੀ ਸੰਸਾਰ ਤੇ ਬੜੀ ਕਿਸਮ ਦੇ ਥਾਵਾਂ ਥਾਵਾਂ ਦੇ ਉੱਤੇ ਅੱਜ ਕਈ ਗੁਰੂ ਬਣ ਕੇ ਬੈਠੇ ਨੇ। ਕਿਸੇ ਨੇ ਸਰੀਰ ਨੂੰ ਗੁਰੂ ਬਣਾਇਆ, ਕਿਸੇ ਨੇ ਪੱਥਰ ਨੂੰ ਗੁਰੂ ਬਣਾਇਆ, ਕਿਸੇ ਨੇ ਮੂਰਤੀ ਨੂੰ ਭਗਵਾਨ ਬਣਾਇਆ। ਪਰ ਉਹ ਵੱਡੇ ਭਾਗਾਂ ਵਾਲੇ ਨੇ ਜਿਨ੍ਹਾਂ ਨੇ ਆਪਣੀ ਸੋਚ ਅਨੁਸਾਰ ਨਹੀਂ, ਜਿਨ੍ਹਾਂ ਨੇ ਬਾਬੇ ਨਾਨਕ ਦੀ ਸੋਚ ਅਨੁਸਾਰ ਸ਼ਬਦ ਗੁਰੂ ਨੂੰ ਗੁਰੂ ਕਹਿ ਕੇ ਸਤਿਕਾਰ ਦਿੱਤਾ ਹੈ ਤੇ ਸ਼ਬਦ ਗੁਰੂ ਦੇ ਨਾਲ ਆਪਣੀ ਸਾਂਝ ਬਣਾਈ। ਸਾਧ ਸੰਗਤ ਜੀ ਇਹ ਗੱਲ ਕਦੇ ਧਿਆਨ ਵਿੱਚ ਰੱਖਿਓ। ਆਪਾਂ ਕਹਿੰਦੇ ਹਾਂ ਗੁਰੂ ਨਾਨਕ ਸਾਹਿਬ ਪ੍ਰਤੱਖ ਰੱਬ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਅਕਾਲ ਰੂਪ ਕਹਿ
ਜਿਹੜੇ ਮਨੁੱਖ ਤੇ ਗੁਰੂ ਨਾਨਕ ਦੀ ਸੋਚ ਅਨੁਸਾਰ, ਹੁਣ ਗੁਰੂ ਨਾਨਕ ਨੇ ਗੁਰੂ ਕਿਹਨੂੰ ਮੰਨਿਆ? ਸਤਿਗੁਰੂ ਪਾਤਸ਼ਾਹ ਨੇ ਆਪ ਜ਼ਿਕਰ ਕੀਤਾ, ਜਦੋਂ ਸਿੱਧਾ ਜੋਗੀਆਂ ਨੇ ਸਵਾਲ ਕੀਤਾ ਕਿ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ, ਤੇ ਗੁਰੂ ਨਾਨਕ ਸਾਹਿਬ ਨੇ ਉੱਤਰ ਦਿੱਤਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਕਈ ਪ੍ਰਕਾਰ ਦੇ ਸਵਾਲ ਜਵਾਬ ਹੋਏ ਜਿਹਨਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਸ਼ਬਦ ਗੁਰੂ ਦੀ ਮਹਾਨਤਾ ਨੂੰ ਬਿਆਨ ਕੀਤਾ। ਤੇ ਇੱਕ ਗੱਲ ਕਦੇ ਧਿਆਨ ਵਿੱਚ ਰੱਖਿਓ, ਜਿਹੜਾ ਮਨੁੱਖ ਸ਼ਬਦ ਗੁਰੂ ਨੂੰ ਗੁਰੂ ਸਵੀਕਾਰ ਕਰਦਾ ਹੈ ਉਹ ਜ਼ਿੰਦਗੀ 'ਚ ਕਦੇ ਬਾਬੇ ਨਾਨਕ ਦੀ ਤਰ੍ਹਾਂ ਧੋਖਾ ਨਹੀਂ ਖਾ ਸਕਦਾ। ਔਰ ਜਿਹੜਾ ਆਪਣੀ ਮੱਤ ਅਨੁਸਾਰ ਕਿਤੇ ਪੱਥਰ ਨੂੰ ਗੁਰੂ ਧਾਰਨ ਕਰਦਾ ਹੈ, ਕਿਤੇ ਸਰੀਰ ਨੂੰ ਗੁਰੂ ਧਾਰਨ ਕਰਦਾ ਹੈ, ਕਿਸੇ ਮੂਰਤੀ ਨੂੰ ਗੁਰੂ ਧਾਰਨ ਕਰਦਾ ਹੈ, ਸੱਚ ਇਹ ਹੈ ਕਿ ਉਹ ਬਾਰ-ਬਾਰ ਸੰਸਾਰ ਤੇ ਧੋਖੇ ਖਾਂਦਾ ਹੈ। ਅੱਜ ਕਿਸੇ ਨੂੰ ਗੁਰੂ ਧਾਰਨ ਕਰਦਾ ਤੇ ਕੱਲ ਕਿਸੇ ਨੂੰ ਗੁਰੂ ਧਾਰਨ ਕਰਦਾ। ਸ਼ਬਦ ਗੁਰੂ ਨੂੰ ਗੁਰੂ ਧਾਰਨ ਕਰਨ ਵਾਲਾ ਮਨੁੱਖ ਉਹ ਇਨਸਾਨ ਤੇ ਉਹ ਸਿਆਣਾ ਇਨਸਾਨ ਗਿਣਿਆ ਜਾਂਦਾ ਹੈ ਜਿਹੜਾ ਬਾਬੇ ਨਾਨਕ ਦੀ ਤਰ੍ਹਾਂ ਆਪਣੀ ਸੋਚ ਦੇ ਅਨੁਸਾਰ ਗੁਰੂ ਧਾਰਨ ਨਹੀਂ ਕਰਦਾ, ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤਰ੍ਹਾਂ ਸ਼ਬਦ ਗੁਰੂ ਨੂੰ ਆਪਣਾ ਗੁਰੂ ਧਾਰਨ ਕਰਦਾ। ਤੇ ਬਾਬੇ ਨਾਨਕ ਦੀ ਸੋਚ ਗੁਰੂ ਦੀ ਚੋਣ ਵਾਸਤੇ ਕੋਈ ਆਮ ਨਹੀਂ ਹੋ ਸਕਦੀ। ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਵੀ ਜ਼ਿੰਦਗੀ 'ਚ ਕਦੇ ਧੋਖਾ ਨਹੀਂ ਖਾਧਾ। ਤੇ ਜਿਹੜਾ ਗੁਰੂ ਨਾਨਕ ਦੀ ਸੋਚ ਅਨੁਸਾਰ ਸ਼ਬਦ ਗੁਰੂ ਨੂੰ ਧਾਰਨ ਕਰਦਾ ਹੈ, ਸੱਚ ਜਾਣਿਓ ਉਹ ਵੀ ਸੰਸਾਰ ਦੇ ਉੱਤੇ ਕਿਤੇ ਧੋਖਾ ਨਹੀਂ ਖਾਂਦਾ, ਕਿਉਂਕਿ ਉਹ ਸੰਸਾਰ ਦੇ ਉੱਤੇ ਸਦਾ ਵਾਸਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਆਪਣੀ ਸਾਂਝ ਬਣਾ ਲੈਂਦਾ ਹੈ। ਪਰ ਅਜਿਹੇ ਸ਼ਬਦ ਗੁਰੂ ਨੂੰ ਲੱਭਣਾ ਤੇ ਅਜਿਹੇ ਸ਼ਬਦ ਗੁਰੂ ਦੇ ਮੁਬਾਰਕ ਚਰਨਾਂ ਦੇ ਨਾਲ ਜੁੜਨਾ ਇਹ ਕੋਈ ਸੌਖੀ ਗੱਲ ਨਹੀਂ। ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੇ ਮੁਬਾਰਕ ਸ਼ਬਦ ਵਿੱਚ ਇਹੀ ਕੁਝ ਬਿਆਨ ਕੀਤਾ ਹੈ ਕਿ ਸ਼ਬਦ ਗੁਰੂ ਦੇ ਮੁਬਾਰਕ ਚਰਨਾਂ ਦੇ ਨਾਲ ਜੁੜਨ ਵਾਲਾ ਇਨਸਾਨ ਦੁਨੀਆ ਦਾ ਸਭ ਤੋਂ ਉੱਚਾ ਤੇ ਸੁੱਚਾ ਇਨਸਾਨ ਹੈ। ਜਿਸ ਮਨੁੱਖ ਨੇ ਸ਼ਬਦ ਗੁਰੂ ਨਾਲ ਸਾਂਝ ਬਣਾ ਲਈ, ਇਹ ਸਮਝ ਲੈਣਾ ਉਸ ਦੀ ਰੱਬ ਦੇ ਨਾਲ ਸਾਂਝ ਬਣ ਗਈ। ਤੇ ਗੁਰੂ ਦੇ ਵਿੱਚ ਕਿਹੜੀਆਂ ਦਾਤਾਂ ਨੇ, ਗੁਰੂ ਦੇ ਵਿੱਚ ਕਿਹੜੀਆਂ ਬਖਸ਼ਿਸ਼ਾਂ ਨੇ, ਗੁਰੂ ਦੇ ਵਿੱਚ ਕਿਹੜੀਆਂ ਰਹਿਮਤਾਂ ਨੇ, ਇਹ ਸਮੁੱਚੀਆਂ ਬਖਸ਼ਿਸ਼ਾਂ ਦਾ ਜ਼ਿਕਰ ਅੱਜ ਦੇ ਮੁਬਾਰਕ ਸ਼ਬਦ ਦੇ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਕਰਕੇ ਸਾਨੂੰ ਦੱਸਣਾ ਕੀਤਾ ਹੈ। ਆਓ ਆਰੰਭ ਤੋਂ ਅੰਮ੍ਰਿਤਮਈ ਸ਼ਬਦ ਦੀ ਵਿਚਾਰ ਸਾਂਝੀ ਕਰੀਏ ਤਾਂ ਕਿ ਇਸ ਗੱਲ ਦੀ ਸਮਝ ਆ ਸਕੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਅੱਜ ਦੇ ਅੰਮ੍ਰਿਤਮਈ ਸ਼ਬਦ ਦੇ ਅੰਦਰ ਗੁਰੂ ਦੀਆਂ ਕਿਹੜੀਆਂ-ਕਿਹੜੀਆਂ ਮਹਾਨਤਾਵਾਂ, ਕਿਹੜੀਆਂ-ਕਿਹੜੀਆਂ ਵਡਿਆਈਆਂ ਦਾ ਜ਼ਿਕਰ ਕਰਦੇ ਹਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਵਡਹੰਸ ਮਹੱਲਾ ਪੰਜਵਾ। ਛੰਤ ਘਰ ਚੌਥਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਅੰਮ੍ਰਿਤਮਈ ਸ਼ਬਦ ਵਡਹੰਸ ਰਾਗ ਦੇ ਅੰਦਰ ਦਰਜ ਹੈ। ਔਰ ਸੰਤਾਂ ਦੇ ਸਿਰਲੇਖ ਹੇਠ ਮੇਰੇ ਪਾਤਸ਼ਾਹ ਨੇ ਇਸ ਅੰਮ੍ਰਿਤਮਈ ਸ਼ਬਦ ਨੂੰ ਉਚਾਰਨ ਕੀਤਾ ਹੈ। ਸਤਿਗੁਰੂ ਪਾਤਸ਼ਾਹ ਨੇ ਇਸ ਅੰਮ੍ਰਿਤਮਈ ਸ਼ਬਦ ਨੂੰ ਵਡਹੰਸ ਰਾਗ ਦੇ ਚੌਥੇ ਘਰ ਵਿੱਚ ਗਾਉਣ ਦੀ ਹਦਾਇਤ ਕੀਤੀ ਹੈ। ਆਰੰਭ ਵਿੱਚ ਮੂਲ ਮੰਤਰ ਦਾ ਸੰਖੇਪ ਰੂਪ ਆਇਆ, ਜਿਹਦਾ ਭਾਵ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਅਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਸਾਡੀ ਸਾਂਝ ਬਣ ਸਕਦੀ ਹੈ। ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਵਾ। ਆਰੰਭਲੀਆਂ ਤੁਕਾਂ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਮੁਬਾਰਕ ਬਚਨ ਕਹਿ ਰਹੇ ਨੇ। ਸਾਹਿਬ ਕਹਿੰਦੇ ਜੇ ਮੈਂ ਗੁਰੂ ਨੂੰ ਲੱਭਿਆ ਨਾ ਤੇ ਇੰਜ ਸਮਝ ਲਓ ਮੈਂ ਰੱਬ ਨੂੰ ਲੱਭ ਲਿਆ। ਤੇ ਆਪਾਂ ਵੀ ਇਹ ਵਿਚਾਰ ਸਮਝ ਕੇ ਚੱਲੀਏ ਕਿ ਜਿਸ ਇਨਸਾਨ ਨੇ ਸੱਚਾ ਗੁਰੂ ਲੱਭ ਲਿਆ, ਸਮਝ ਲਓ ਉਹਨੂੰ ਰੱਬ ਮਿਲ ਗਿਆ, ਕਿਉਂਕਿ ਗੁਰ ਪਰਮੇਸ਼ਰ ਇੱਕੋ ਜਾਣ। ਗੁਰੂ ਤੇ ਪਰਮੇਸ਼ਰ ਵਿੱਚ ਕੋਈ ਫਰਕ ਨਹੀਂ। ਤੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਗੁਰੂ ਲੱਭ ਲਿਆ, ਹੁਣ ਮੱਖਣ ਸ਼ਾਹ ਲੁਬਾਣੀ ਨੇ ਬਾਈਆਂ ਦੇ ਵਿੱਚੋਂ ਇੱਕ ਦੀ ਪਹਿਚਾਣ ਕਰਨੀ ਸੀ, ਪਰ ਜਿਹੜੇ ਬਾਕੀ ਸੀ ਫਿਰ ਬਾਅਦ ਵਿੱਚ ਉਹਨਾਂ ਦਾ ਡੰਡਾ ਡੇਰਾ ਕਿਵੇਂ ਚੁੱਕਿਆ ਗਿਆ। ਥੋੜੇ ਦਿਨਾਂ 'ਚ ਹੀ ਉਹਨਾਂ ਨੂੰ ਸਮਝ ਆ ਗਈ ਕਿ ਸਾਡਾ ਇਹ ਭੇਦ, ਸਾਡਾ ਇਹ ਪਖੰਡ ਜ਼ਿਆਦਾ ਦੇਰ ਨਹੀਂ ਚੱਲ ਸਕਦਾ। ਸੱਚ ਜਾਣਿਓ ਅੱਜ ਦੇ ਸਮੇਂ ਵਿੱਚ ਵੀ ਸਾਨੂੰ ਮੱਖਣ ਸ਼ਾਹ ਲੁਬਾਣੀ ਵਰਗੀ ਸੋਚ ਬਣਾਉਣ ਦੀ ਲੋੜ ਹੈ। ਜਿਹੜੇ ਲੋਕ ਅੱਜ ਥਾਂ ਥਾਂ ਦੇ ਉੱਤੇ ਡੇਰਿਆਂ ਤੇ ਭਟਕਦੇ ਫਿਰਦੇ
जे अज आपां गुरबाणी के अमृतमय शब्द की विचार की गल करिए कि साध संगत जी केवल ते केवल गुरु नूं दर्शनां तक सीमित नहीं समझना चाहिए। अज लोड़ है आपां आप सहज पाठ करिए, आप गुरबाणी पढ़िए। ते जिवें मक्खण शाह दुबाणे ने जदों गुरु तेग बहादुर साहब जी नूं सच्चे गुरु नूं प्रगट किया ते पखंडी सड़ बल के कोला हो गए। सीहे मसंद आदि वर्गिया ने गुस्से विच आके गुरु तेग बहादुर साहब ते गोली भी चला दी सी। ते अज भी इसे तरह साडे नाल वरतदा पिया। जे कोई शब्द गुरु दे नाल जुड़न की गल करदा है ते जेड़े दंभी ते पखंडी अपनियां दुकानां चला के बैठे ने ना, वो सड़ बल के कोला हो जाते हैं कि ये शब्द गुरु नाल जुड़न की गल क्यों करते, क्योंकि उन्हां दियां अपनियां दुकानदारियां बंद हुंदियां ने। ते जदों दुकानदारियां बंद हुंदियां ने फिर दुख ते लगदा ही है ना। हुण जिहड़ा सच्चा इंसान है वो ते बार बार इक्को गल कहेगा कि साध संगत जी आ जिहड़ियां आपां लड़ियां दियां लड़ियां अखंड पाठ कराउने आ, चंगी गल ये है भी आपां आप सहज पाठ करिए। केवल ते केवल इन्हां पखंडियां दियां बनाईयां होईयां दुकानदारियां विच ना उलझिए। आप शब्द गुरु के मुबारक चरनां दे नाल जुड़िए। जां ते आप सहज पाठ करिए जां आपां किसी चंगे पाठी तो चंगी भेटा दे के सहज पाठ सरवण करिए। कहण तो भाव यह है कि सीधा अपना संबंध जिहड़ा है, अपना संपर्क शब्द गुरु के मुबारक चरनां नाल जुड़िए। केवल ऐसा ना होवे कि केवल साडे कोल ठेकादारी सिस्टम रह जाए कि भेटा दिओ ते अखंड पाठ कराई जाओ, करीब आके भी सुणन की लोड़ नहीं। मैं वेखिया कई बारी अखंड पाठ चलदा होवे ना ते कई परिवार ऐसे ने जिहड़े भोग वेले भी गुरु घर विच नहीं पहुंचते ते इत्थों तक फोन आ जाते हैं कि ज्ञानी जी साडे ते पाठ का हुक्मनामा भी WhatsApp ते भेज दिओ। कहण तो भाव यह है कि आपां नूं नेड़े आउण दी भी लोड़ नहीं। ते जेकर अज ये सच की गल कही जाती है कि साध संगत जी आपां आप सहज पाठ करिए ते अपना संपर्क सीधा शब्द गुरु के मुबारक चरनां नाल जोड़िए। ते जिहड़ा दा दुकानदारी का सिस्टम चलदा पिया, मैं कल ही किसी लागे बैठा सी, कुदरती तौर पर गल्लां चल पईयां ते किसी ने जिक्र किया, कहंदे जी जिहड़ा आपां लड़ी च पाठ रखाउने आ साडे तो भेटा लई जांदी सी। कहंदे उस वक्त तकरीबन 7100 रुपया पाठ वाली भेटा जिहड़ी सी वो लैंदे सन जिहड़े बाबियां ने वो पाठ आरंभ कराउणा सी लड़ियां दे विच। ते कहंदे साडे कोल ते भेटा इन्नी लई जांदी रही ते उन्हां ने भी अगे बंदा रखिया भी 5 पाठ तैनूं दे दित्ते, 5 पाठियां दा हिसाब तैनूं दे दित्ता। ते जिन्हों अगे वो भेटा का जिक्र किया उहदे नाल उन्हां ने 5100 रुपये च गल कीती। जिन्हों 5 पाठ दिते उन्हें अगे 5 पाठां दे पाठियां दे नाल जिहड़ी गलबात चलाई वो तकरीबन 4800 रुपये च चलाई। ਉਹਦੇ ਵਿੱਚ ਹੁਣ 2000 रुपया ਜਾਂ 3000 रुपया ਜਾਂ 7000 रुपया ਉਹ ਸਿੱਧਾ ਸਿੱਧਾ ਜਿਹੜਾ ਉਹ ਪਾਠਾਂ ਦੀਆਂ ਲੜੀਆਂ ਚਲਾਉਣ ਵਾਲਿਆਂ ਨੂੰ ਬਚ। ਕਹਿਣ ਤੋਂ ਭਾਵ ਇਹ ਹੈ ਵੀ ਇਹੋ ਜਿਹਾ ਗੁਰਬਾਣੀ ਦੇ ਨਾਮ ਦੇ ਉੱਤੋਂ ਇੱਕ ਬਿਜ਼ਨਸ ਤੋਰਿਆ ਜਾਂਦਾ। ਅੱਜ ਲੋੜ ਹੈ ਆਪਾਂ ਵੀ ਸੱਚਾ ਗੁਰੂ ਪ੍ਰਤੱਖ ਹੁੰਦੇ ਆ, ਆਪਾਂ ਕਿਉਂ ਇਹਨਾਂ ਪਖੰਡੀਆਂ ਦੇ ਜਾਲ ਵਿੱਚ ਫਸੇ। ਅੱਜ ਆਪ ਆਪਣਾ ਸੰਬੰਧ ਸਿੱਧਾ ਸ਼ਬਦ ਗੁਰੂ ਦੇ ਮੁਬਾਰਕ ਚਰਨਾਂ ਦੇ ਨਾਲ ਜੋੜੀਏ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਬੜੇ ਪਿਆਰੇ ਬਚਨ ਕਹਿ ਰਹੇ ਨੇ ਆਰੰਭਲੀਆਂ ਤੁਕਾਂ ਵਿੱਚ, ਕਹਿੰਦੇ ਉਹ ਬੜੇ ਵੱਡੇ ਭਾਗਾਂ ਵਾਲੇ ਨੇ ਜਿਹੜੇ ਗੁਰ ਮਿਲ ਲੱਦਾ ਜੀ ਰਾਮ ਪਿਆਰਾ ਰਾਮ। ਕਹਿੰਦੇ ਜਿਹੜੇ ਰੱਬ ਦੀ ਪ੍ਰਾਪਤੀ ਵਾਸਤੇ ਆਪਣਾ ਸਿੱਧਾ ਸੰਪਰਕ ਜਿਹੜਾ ਹੈ ਉਹ ਸ਼ਬਦ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੋੜ ਲੈਂਦੇ ਨੇ। ਤੇ ਇੰਜ ਸਮਝ ਲੈਣਾ ਜਿਸ ਇਨਸਾਨ ਨੇ ਆਪਣਾ ਸਿੱਧਾ ਸੰਪਰਕ ਸ਼ਬਦ ਗੁਰੂ ਦੇ ਨਾਲ ਜੋੜ ਲਿਆ, ਇਹ ਸਮਝ ਲੈਣਾ ਉਹਨੂੰ ਗੁਰੂ ਨੂੰ ਮਿਲ ਕੇ ਰੱਬ ਲੱਭ ਗਿਆ। ਰੱਬ ਦੀ ਪ੍ਰਾਪਤੀ ਵਾਸਤੇ ਤੇ ਆਪਾਂ ਇਹ ਸਾਰਾ ਕੁਝ ਕਰਦੇ ਪਏ ਆ ਤੇ ਗੁਰੂ ਨਾਲ ਜੁੜਨਾ ਹੀ ਰੱਬ ਦੇ ਨਾਲ ਜੁੜਨਾ ਹੈ। ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਨ 'ਚ ਕਦੇ ਇਹ ਭੁਲੇਖਾ ਨਹੀਂ ਪਾਉਣਾ ਚਾਹੀਦਾ ਕਿ ਗੁਰੂ ਨੂੰ ਮਿਲ ਕੇ ਸਾਨੂੰ ਰੱਬ ਨਹੀਂ ਲੱਭਿਆ। ਅਸਲ ਵਿੱਚ ਜਿਹੜਾ ਗੁਰੂ ਨਾਲ ਮਿਲ ਪਿਆ ਅਸੀਂ ਤੇ ਥਾਂ ਥਾਂ ਦੇ ਉੱਤੇ ਰੱਬ ਦੀ ਪ੍ਰਾਪਤੀ ਵਾਸਤੇ ਅੱਜ ਭਟਕਦੇ ਫਿਰਦੇ। ਗੁਰੂ ਨਾਲ ਜੁੜਨਾ ਹੀ ਰੱਬ ਨਾਲ ਜੁੜਨਾ ਹੈ। ਇਹੋ ਤਨ ਮਨ ਦਿੱਤੜਾ ਵਾਰੋ ਵਾਰਾ ਰਾਮ। ਸਤਿਗੁਰੂ ਕਹਿੰਦੇ ਫਿਰ ਗੁਰੂ ਨਾਲ ਮਿਲ ਕੇ ਕਰਨਾ ਕੀ ਚਾਹੀਦਾ ਹੈ? ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਏ। ਮੈਂ ਇੱਕ ਬੇਨਤੀ ਹੋਰ ਕਰਦੇ ਆ, ਕਈ ਬੰਦੇ ਐਸੇ ਨੇ ਜਿਨ੍ਹਾਂ ਘਰਾਂ ਦੇ ਵਿੱਚ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪ੍ਰਕਾਸ਼ਮਾਨ ਕੀਤੇ
ਵਾਰੀ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੁੱਤਰ ਸਰੂਪ ਲੈਣ ਵਾਸਤੇ ਗੁਰਦੁਆਰਾ ਸਾਹਿਬ ਵਿਖੇ ਪਿਆਰੇ ਪਹੁੰਚਦੇ ਨੇ, ਉਹਨਾਂ ਨੂੰ ਇੱਕ ਗੱਲ ਕਹੀਏ ਨਾ ਵੀ ਅੰਮ੍ਰਿਤ ਛਕਿਆ ਜੀ ਤੁਸੀਂ? ਉਹ ਕਹਿੰਦੇ ਨਹੀਂ ਜੀ ਅੰਮ੍ਰਿਤ ਤੇ ਨਹੀਂ ਛਕਿਆ, ਪਰ ਸਾਡਾ ਗੁਰੂ ਨਾਲ ਪਿਆਰ ਬਹੁਤ ਹੈ। ਦੇਖੋ ਤਨ ਮਨ ਦਿੱਤੜਾ। ਹੁਣ ਅਸਲ ਵਿੱਚ ਅੰਮ੍ਰਿਤ ਛਕਣਾ ਕੀ ਹੈ? ਗੁਰੂ ਨੂੰ ਮਨ ਭੇਟ ਕਰ ਦੇਣਾ। ਕੇਵਲ ਤੇ ਕੇਵਲ ਆਪਣਾ ਤਨ ਹੀ ਗੁਰੂ ਦੇ ਨਾਲ ਨਹੀਂ ਜੋੜਨਾ ਵੀ ਆਪਾਂ ਗੁਰੂ ਦੀ ਕਰੀਬੀ ਬਾਹਰੀ ਤੌਰ ਦੇ ਉੱਤੇ ਕਬੂਲ ਨਹੀਂ ਕਰਨੀ। ਨੇੜਤਾ ਗੁਰੂ ਦੇ ਨਾਲ ਉਦੋਂ ਬਣੇਗੀ ਜਦੋਂ ਮਨ ਗੁਰੂ ਨੂੰ ਭੇਟ ਕਰਾਂਗੇ। ਹੁਣ ਸਾਧ ਸੰਗਤ ਜੀ, ਅੰਮ੍ਰਿਤ ਛਕਣਾ ਕੀ ਹੈ? ਮਨ ਦਾ ਕਬਜ਼ਾ ਆਪਣੇ ਗੁਰੂ ਨੂੰ ਭੇਟ ਕਰ ਦੇਣਾ। ਹੁਣ ਜਦੋਂ ਉਹਨਾਂ ਗੁਰਮੁਖਾਂ ਲਾ ਕੇ ਗੱਲ ਕਰੀਏ ਕਿ ਭਾਈ ਬਾਹਰੀ ਤੌਰ ਦੇ ਉੱਤੇ ਤੇ ਤੁਸੀਂ ਗੁਰੂ ਨਾਲ ਬਹੁਤ ਨੇੜਤਾ ਬਣਾ ਲਈ ਵੀ ਕਿਤੇ ਗੁਰਦੁਆਰੇ ਵੀ ਨਾ ਜਾਣਾ ਪਵੇ ਤੇ ਆਪਾਂ ਘਰ ਵਿੱਚ ਹੀ ਆਦਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਤੇ ਸਤਿਗੁਰੂ ਦੇ ਮੁਬਾਰਕ ਚਰਨਾਂ ਨਾਲ ਆਪਾਂ ਜੁੜ ਜਾਈਏ। ਪਰ ਅਸਲ ਗੱਲ ਇਹ ਹੈ ਵੀ ਗੁਰੂ ਨਾਲ ਨੇੜਤਾ ਤੇ ਉਸ ਦਿਨ ਬਣੇਗੀ ਜਦੋਂ ਅੰਮ੍ਰਿਤ ਛਕ ਕੇ ਆਪਣੇ ਮਨ ਦਾ ਕਬਜ਼ਾ ਵੀ ਗੁਰੂ ਨੂੰ ਭੇਟ ਕਰਦੇ ਆ। ਸਾਰਾ ਕੁਝ ਭੇਟ ਕਰਨਾ, ਪਦਾਰਥ ਭੇਟ ਕਰਨੇ, ਵਸਤੂਆਂ ਭੇਟ ਕਰਨੀਆਂ, ਸਾਜੋ ਸਮਾਨ ਭੇਟ ਕਰਨਾ, ਤਨ ਵੀ ਭੇਟ ਕਰ ਦੇਣਾ, ਬੜੀ ਸੌਖੀ ਜੀ ਗੱਲ ਹੈ। ਪਰ ਸਭ ਤੋਂ ਔਖਾ ਹੈ ਗੁਰੂ ਨੂੰ ਮਨ ਭੇਟ ਕਰਨਾ। ਜਿਨ੍ਹਾਂ ਨੇ ਅੰਮ੍ਰਿਤ ਛਕਿਆ ਇਹ ਸਮਝ ਲਓ ਉਹਨਾਂ ਨੇ ਆਪਣੇ ਮਨ ਦਾ ਕਬਜ਼ਾ ਗੁਰੂ ਨੂੰ ਭੇਟ ਕੀਤਾ। ਤੇ ਸਤਿਗੁਰੂ ਕਹਿੰਦੇ ਜਿਹਨਾਂ ਨੂੰ ਗੁਰੂ ਮਿਲ ਪੈਂਦਾ ਨਾ, ਜਿਹੜੇ ਦਿਲੋਂ ਗੁਰੂ ਦੇ ਨਾਲ ਜੁੜ ਜਾਂਦੇ, ਕਹਿੰਦੇ ਉਹ ਕੀ ਕਰਦੇ ਨੇ? ਤਨ ਮਨ ਦਿੱਤੜਾ ਵਾਰੂ ਵਾਰਾ ਰਾਮ। ਕਹਿੰਦੇ ਉਹ ਆਪਣਾ ਤਨ ਵੀ ਗੁਰੂ ਨੂੰ ਭੇਟ ਕਰ ਦਿੰਦੇ ਨੇ, ਫਿਰ ਉਹ ਆਪਣੇ ਮਨ ਦਾ ਕਬਜ਼ਾ ਵੀ ਗੁਰੂ ਨੂੰ ਭੇਟ ਕਰ ਦਿੰਦੇ ਨੇ, ਤੇ ਵਾਰੂ ਵਾਰਾ ਰਾਮ ਕਹਿੰਦੇ ਉਹ ਵਾਰ-ਵਾਰ ਫਿਰ ਆਪਣੇ ਗੁਰੂ ਤੋਂ ਬਲਹਾਰ ਜਾਂਦੇ ਨੇ, ਸਦਕੇ ਜਾਂਦੇ ਨੇ, ਕੁਰਬਾਨ ਜਾਂਦੇ ਨੇ। ਤਨ ਮਨ ਦਿੱਤਾ ਭਵ ਜਲ ਜਿਤਾ, ਚੁਕੇ ਕਾਣ ਜਮਾਣੀ। ਬੜੇ ਸਰਲ ਜਿਹੇ ਸ਼ਬਦਾਂ ਵਿੱਚ ਮੇਰੇ ਪਾਤਸ਼ਾਹ ਨੇ ਜ਼ਿਕਰ ਕੀਤਾ। ਕਹਿੰਦੇ ਜਿਨ੍ਹਾਂ ਨੇ ਤਨ ਵੀ ਦੇ ਦਿੱਤਾ, ਮਨ ਵੀ ਦੇ ਦਿੱਤਾ, ਚੁੱਕੀ ਕਾਂ ਭਵਜਲ ਜਿੱਤਾ। ਕਹਿੰਦੇ ਇਹ ਸਮਝ ਲਓ ਉਹ ਸੰਸਾਰ ਰੂਪੀ ਭਵਜਲ ਤੋਂ ਜਿੱਤ ਗਈ, ਜੀਵਨ ਦੀ ਬਾਜੀ ਨੂੰ ਸਫਲ ਕਰ ਗਈ। ਚੁੱਕੀ ਕਾਣ ਜਮਾਣੀ। ਕਹਿੰਦੇ ਫਿਰ ਉਹਨਾਂ ਨੂੰ ਜਮਦੂਤਾਂ ਦਾ ਵੀ ਕੋਈ ਡਰ ਨਹੀਂ ਰਹਿੰਦਾ, ਕਿਉਂਕਿ ਉਹ ਜਦੋਂ ਗੁਰੂ ਨੂੰ ਆਪਣਾ ਮਨ ਭੇਟ ਕਰਦੇ ਨੇ ਤੇ ਇਹ ਗੱਲ ਕਹਿ ਦਿੰਦੇ ਨੇ ਕਿ ਹੁਣ ਸਾਨੂੰ ਜਮਦੂਤਾਂ ਦਾ ਵੀ, ਕਿਉਂਕਿ ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ। ਜਿਨ੍ਹਾਂ ਨੇ ਗੁਰੂ ਨਾਨਕ ਦੇ ਘਰ ਅੰਦਰ ਆਪਣੇ ਮਨ ਦਾ ਕਬਜ਼ਾ ਭੇਟ ਕਰਕੇ ਨਾਮ ਦਰਜ ਕਰਾਇਆ ਹੈ, ਸੱਚ ਜਾਣਿਓ ਉਹਨਾਂ ਦਾ ਹਿਰਦਾ ਇੱਕ ਦਿਨ ਆਪਣੇ ਆਪ ਕਹਿਣ ਲੱਗ ਪੈਂਦਾ ਹੈ ਕਿ ਹੁਣ ਸਾਨੂੰ ਜਮਦੂਤਾਂ ਦਾ ਵੀ ਕੋਈ ਡਰ ਨਹੀਂ, ਕਿਉਂਕਿ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਏ। ਉਹਨਾਂ ਨੂੰ ਸਮਝ ਆ ਜਾਂਦੀ ਹੈ ਕਿ ਹੁਣ ਅਸੀਂ ਆਪਣੇ ਗੁਰੂ ਨੂੰ ਮਨ ਵੀ ਭੇਟ ਕਰ ਦਿੱਤਾ ਹੈ, ਹੁਣ ਸਾਨੂੰ ਕਿਸੇ ਦਾ ਕੋਈ ਡਰ ਨਹੀਂ। ਅਸਥਿਰ ਥੀਆ ਅੰਮ੍ਰਿਤ ਪੀਆ, ਰਹਿਆ ਆਵਣ ਜਾਣੀ। ਹੋਇਆ ਕਿ ਜਿਹੜੇ ਗੁਰੂ ਦੇ ਨਾਲ ਦਿਲੋਂ ਜੁੜ ਗਏ ਨਾ, ਦਿਲੋਂ ਉਹ ਅਸਥਿਰ ਥੀਆ, ਉਹ ਸਮਝ ਲਓ ਉਸ ਰੱਬ ਦੇ ਨਾਲ ਜੁੜ ਗਏ ਜਿਹੜਾ ਪਰਮਾਤਮਾ ਸੰਸਾਰ ਤੇ ਸਦਾ ਸਥਿਰ ਰਹਿਣ ਵਾਲਾ ਹੈ। ਔਰ ਜਿਹੜੇ ਸਦਾ ਸਥਿਰ ਰਹਿਣ ਵਾਲੇ ਪਰਮੇਸ਼ਰ ਨਾਲ ਦਿਲੋਂ ਜੁੜ ਗਏ, ਅੰਮ੍ਰਿਤ ਪੀਆ। ਪਾਤਸ਼ਾਹ ਕਹਿਣਗੇ ਇਹ ਸਮਝ ਲਵੋ ਕਿ ਉਹਨਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਲਈ। ਔਰ ਜਿਹੜੇ ਅੰਮ੍ਰਿਤ ਪੀ ਲੈਂਦੇ ਨੇ, ਸਾਹਿਬ ਕਹਿੰਦੇ ਰਹਿਆ ਆਵਣ ਜਾਣੀ, ਉਹਨਾਂ ਦਾ ਸਦਾ ਵਾਸਤੇ ਸੰਸਾਰ ਤੋਂ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ। ਸੋ ਕਰ ਲੱਦਾ ਸਹਿਜ ਸਮੱਦਾ, ਹਰ ਕਾ ਨਾਮ ਆਧਾਰਾ। ਸਾਹਿਬ ਕਹਿੰਦੇ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜੇ ਹੋਇਆਂ ਜੀਵਾਂ ਨੂੰ ਉਹ ਘਰ ਲੱਭ ਜਾਂਦਾ ਹੈ ਜਿਹੜਾ ਘਰ ਸੰਸਾਰ ਤੇ ਸਦਾ ਰਹਿਣ ਵਾਲਾ ਹੈ। ਕਿਉਂਕਿ ਜਿਹੜੇ ਸੰਸਾਰ ਨੂੰ ਅਸੀਂ ਸਥਿਰ ਰਹਿਣ ਵਾਲਾ ਮੰਨੀ ਬੈਠੇ ਆ, ਗੁਰੂ ਸਾਹਿਬ ਜੀ ਕਹਿੰਦੇ ਇਹ ਘਰ ਸਦਾ ਸਥਿਰ ਰਹਿਣ ਵਾਲਾ ਨਹੀਂ। ਕਿਉਂਕਿ ਜਿਸ ਨੂੰ ਤੂੰ ਅਸਥਿਰ ਕਰ ਮਾਨੇ, ਤੇ ਪਾਹਨ ਦੋ ਦਾਹਾ, ਪੁੱਤਰ ਕਲਤਰ ਗ੍ਰਹਿ ਸਗਲ ਸਮਗਰੀ, ਸਭ ਮਿਥਿਆ ਅਸਨਾਹ। ਮੇਰੇ ਪਾਤਸ਼ਾਹ ਕਹਿੰਦੇ ਕਿ ਹੇ ਭਾਈ, ਜਿਹੜੇ ਸੰਸਾਰ ਨੂੰ ਤੂੰ ਸਦਾ ਰਹਿਣ ਵਾਲਾ ਮੰਨੀ ਬੈਠਾ ਹੈ, ਇਹ ਸੰਸਾਰ ਸਦਾ ਰਹਿਣ ਵਾਲਾ ਨਹੀਂ। ਤੂੰ ਤੇ ਇੱਥੇ 2 ਦਿਨਾਂ ਦੇ ਪ੍ਰਾਹੁਣੇ ਵਾਂਗ ਚੱਲ ਕੇ ਆਏ। ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹਰ ਨਾ ਹੋਈ ਗੋ ਫੇਰਾ। ਅਸਲੀ ਘਰ ਉਹ ਹੈ ਜਿੱਥੇ ਜੁੜਨਾ, ਤੇ ਜਿੱਥੇ ਫਿਰ ਇੱਕ ਵਾਰੀ ਜੁੜ ਗਏ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਫਿਰ ਇਹ ਜੀਵ ਬਾਰ-ਬਾਰ
ਸੰਸਾਰ ਦੇ ਜਨਮ ਮਰਨ ਵਿੱਚ ਨਹੀਂ ਪੈਂਦਾ, ਔਰ ਹਰ ਕਾ ਨਾਮ ਆਧਾਰਾ। ਫਿਰ ਪਾਤਸ਼ਾਹ ਕਹਿੰਦੇ ਉਹ ਜੀਵ ਦਾ ਉਸ ਅਕਾਲ ਪੁਰਖ ਨਾਲ ਸੰਬੰਧ ਜੁੜਦਾ ਹੈ ਜਿਹੜਾ ਪਰਮਾਤਮਾ ਦੇ ਨਾਮ ਨੂੰ ਹੀ ਆਪਣੀ ਜੀਵਨ ਦਾ ਆਧਾਰ ਬਣਾ ਲੈਂਦਾ ਹੈ। ਕਹੋ ਨਾਨਕ ਸੁਖ ਮਾਣੇ ਰਲੀਆਂ, ਗੁਰਪੂਰੈ ਕਾ ਨਮਸਕਾਰਾ। ਫਿਰ ਜਿਹੜਾ ਅੰਮ੍ਰਿਤ ਛਕ ਕੇ ਪੂਰੇ ਗੁਰੂ ਦੇ ਮੁਬਾਰਕ ਚਰਨਾਂ ਦੇ ਨਾਲ ਜੁੜ ਜਾਂਦਾ ਹੈ ਨਾ, ਕਹੋ ਨਾਨਕ ਸੁਖ ਮਾਣੇ ਰਲੀਆਂ। ਪਾਤਸ਼ਾਹ ਕਹਿਣਗੇ ਫਿਰ ਉਹ ਸੰਸਾਰ ਤੇ ਸਦਾ ਸੁੱਖ ਦੀ ਜ਼ਿੰਦਗੀ ਬਤੀਤ ਕਰਦਾ। ਮੈਂ ਬਹੁਤ ਸਾਰੇ ਐਸੇ ਗੁਰਮੁਖਾਂ ਨੂੰ ਮਿਲਿਆ ਜਿਹੜੇ ਕਹਿੰਦੇ ਨੇ ਜਿਸ ਦਿਨ ਤੋਂ ਅੰਮ੍ਰਿਤ ਛਕਿਆ ਨਾ, ਅੰਮ੍ਰਿਤ ਜਾਂ ਜਿਸ ਦਿਨ ਦਾ ਸਾਡੇ ਘਰ ਅੰਦਰ ਅੰਮ੍ਰਿਤ ਨੇ ਪ੍ਰਵੇਸ਼ ਕੀਤਾ ਹੈ, ਇੰਜ ਕਹਿ ਦਿਓ ਕਿ ਜਦੋਂ ਦਾ ਸਾਡੇ ਘਰ ਵਿੱਚੋਂ ਜ਼ਹਿਰ ਬਾਹਰ ਨਿਕਲਿਆ ਨਾ, ਅਸੀਂ ਉਦੋਂ ਦੇ ਬੜੇ ਖੁਸ਼ ਹਾਂ। ਸਾਡੇ ਘਰ 'ਚ ਖੁਸ਼ੀਆਂ ਦਾ ਢੇਰ ਲੱਗ ਗਿਆ ਜਦੋਂ ਦਾ ਅਸੀਂ ਅੰਮ੍ਰਿਤ ਛਕਿਆ। ਕਿਉਂਕਿ ਜਿੰਨਾ ਚਿਰ ਜ਼ਹਿਰ ਪੀਂਦੇ ਸੀ, ਨੇਤਾ ਪ੍ਰਤੀ ਸਾਡੇ ਘਰ ਦੇ ਅੰਦਰ ਲੜਾਈ ਰਹਿੰਦੀ ਸੀ। ਪਰ ਜਦੋਂ ਤੋਂ ਅੰਮ੍ਰਿਤ ਛਕਿਆ, ਗੁਰੂ ਵਾਲੇ ਬਣੇ ਆ, ਪਾਤਸ਼ਾਹ ਕਹਿੰਦੇ ਕਿ ਇਹ ਸਮਝ ਲਓ ਜਿਹੜਾ ਗੁਰੂ ਵਾਲਾ ਬਣ ਜਾਂਦਾ, ਕਹੋ ਨਾਨਕ ਸੁਖ ਮਾਣੇ ਰਲੀਆਂ। ਫਿਰ ਉਹ ਗੁਰੂ ਨਾਲ ਮਿਲ ਕੇ ਖੁਸ਼ੀਆਂ ਸੰਸਾਰ ਤੇ ਮਾਣਦਾ ਹੈ। ਤੇ ਗੁਰਪੂਰੇ ਕੋ ਨਮਸਕਾਰਾ, ਉਹ ਬਾਰ-ਬਾਰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥੇ ਟੇਕ ਕੇ ਇਹ ਗੱਲ ਕਹਿੰਦਾ, ਮੇਰੇ ਦਾਤਾ ਤੇਰਾ ਕੋਟਾਨ ਕੋਟ ਸ਼ੁਕਰ ਹੈ, ਤੇਰੇ ਮੁਬਾਰਕ ਚਰਨਾਂ ਦੇ ਨਾਲ ਜੁੜ ਕੇ ਮੇਰਾ ਜ਼ਹਿਰ ਤੋਂ ਖਹਿੜਾ ਛੁੱਟ ਗਿਆ। ਸੱਚ ਜਾਣਿਓ, ਅੱਜ ਬਹੁਤ ਸਾਰੀਆਂ ਮਾਵਾਂ ਦੇ ਪੁੱਤ ਨਸ਼ੇ ਦੇ ਵਿੱਚ ਮਰ ਰਹੇ। ਅੱਜ ਥਾਂ-ਥਾਂ ਦੇ ਉੱਤੇ ਸੋਸ਼ਲ ਮੀਡੀਆ ਤੇ ਆਪਾਂ ਵੀਡੀਓ ਦੇਖ ਰਹੇ ਹਾਂ। ਕਿਤੇ ਉਸ ਮਾਂ ਦਾ ਵੀ ਕਿਤੇ ਕਸੂਰ ਮੰਨਿਆ ਜਾਂਦਾ ਹੈ ਜਿਹੜੀ ਮਾਂ ਆਪਣੇ ਬੱਚੇ ਨੂੰ ਅੰਮ੍ਰਿਤ ਨਹੀਂ ਛਕਾਉਂਦੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਇਕੱਲਾ ਦੋਸ਼ ਸਮੇਂ ਦੀਆਂ ਸਰਕਾਰਾਂ ਨੂੰ ਨਹੀਂ ਦੇਣਾ ਚਾਹੀਦਾ, ਕਿਤੇ ਆਪਣੇ ਆਪੇ ਨੂੰ ਵੀ ਦੋਸ਼ੀ ਮੰਨ ਲੈਣਾ ਚਾਹੀਦਾ। ਸਤਿਗੁਰਾਂ ਦੀ ਬਾਣੀ ਪੜ੍ਹੀਏ, ਗੁਰੂ ਸਾਹਿਬ ਜੀ ਕਹਿੰਦੇ ਨੇ ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਹੁਣ ਉਹ ਤੇ ਬਾਰ-ਬਾਰ ਨਮਸਕਾਰਾਂ ਕਰੇਗਾ ਜਿਹੜੀ ਮਾਂ ਦਾ ਪੁੱਤ ਨਸ਼ੇ ਤੋਂ ਬਚ ਜਾਵੇਗਾ। ਅੱਜ ਸਾਡੇ ਬੱਚਿਆਂ ਨੇ ਅੰਮ੍ਰਿਤ ਛਕਿਆ ਤੇ ਜਦੋਂ ਅਸੀਂ ਸੰਸਾਰ ਦੀ ਇਹ ਗੱਲ ਸੁਣੀਦਾ ਨਾ ਕਿ ਫਲਾਣੀ ਮਾਂ ਦਾ ਪੁੱਤ ਨਸ਼ੇ ਦੇ ਨਾਲ ਮਰ ਗਿਆ, ਤੇ ਫਿਰ ਅਸੀਂ ਬਾਰ-ਬਾਰ ਆਪਣੇ ਗੁਰੂ ਦਾ ਸ਼ੁਕਰਾਨਾ ਕਰਦੇ। ਭਲਾ ਕਿਉਂ? ਕਿ ਦਾਤਾ ਸ਼ੁਕਰ ਹੈ ਤੂੰ ਅੰਮ੍ਰਿਤ ਵਰਗੀ ਦਾਤ ਗੁਰ ਕਲਗੀ ਧਰ ਪਿਤਾ ਸਾਨੂੰ ਬਖਸ਼ਿਸ਼ ਕੀਤੀ। ਕਿਉਂਕਿ ਇਹ ਦਾਤ ਨਾ ਤੇ ਹਿੰਦੂਆਂ ਕੋਲ ਹੈ, ਨਾ ਮੁਸਲਮਾਨਾਂ ਕੋਲ ਹੈ, ਨਾ ਈਸਾਈਆਂ ਕੋਲ ਹੈ, ਨਾ ਬੁੱਧੀਆਂ ਕੋਲ ਹੈ, ਨਾ ਜੈਨੀਆਂ ਕੋਲ ਹੈ, ਨਾ ਪਾਰਸੀਆਂ ਕੋਲ ਹੈ। ਜੇ ਇਹ ਦਾਤ ਹੈ ਉਹ ਕੇਵਲ ਤੇ ਕੇਵਲ ਬਾਬੇ ਨਾਨਕ ਦੇ ਸਿੱਖਾਂ ਦੇ। ਸਾਨੂੰ ਤੇ ਆਪਣੇ ਗੁਰੂ ਤੋਂ ਬਾਰ-ਬਾਰ ਬਲਹਾਰ ਜਾਣਾ ਚਾਹੀਦਾ ਹੈ। ਦਾਤਾ ਤੂੰ ਬੜੀ ਕਿਰਪਾ ਕੀਤੀ, ਅੱਜ ਅਸੀਂ ਬਾਹਰ ਰਹਿੰਦੇ ਹਾਂ। ਸਾਡਾ ਧਿਆਨ ਜੇ ਬੱਚਿਆਂ ਨੇ ਅੰਮ੍ਰਿਤ ਨਾ ਛਕਿਆ ਹੋਵੇ ਤੇ ਪਿੱਛੇ ਜੁੜਿਆ ਹੋਣਾ ਸੀ। ਪਤਾ ਨਹੀਂ ਕਿਤੇ ਸਾਡਾ ਬੱਚਾ ਵੀ ਨਸ਼ੇੜੀਆਂ ਵਿੱਚ ਨਾ ਬੈਠਣਾ ਸ਼ੁਰੂ ਕਰ ਦੇ। ਅੱਜ ਆਪਾਂ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜੇ ਆ ਤੇ ਸਾਡਾ ਸਤਿਗੁਰੂ ਦਾ ਬਾਰ-ਬਾਰ ਸ਼ੁਕਰਾਨਾ ਕਰਨਾ ਵੀ ਬਣਦਾ ਹੈ। ਮੇਰੇ ਦਾਤਾ ਸ਼ੁਕਰ ਹੈ ਤੂੰ ਸਾਡੇ ਬੱਚਿਆਂ ਨੂੰ ਅੰਮ੍ਰਿਤ ਦੇ ਨਾਲ ਜੋੜਿਆ। ਜੇ ਅੰਮ੍ਰਿਤ ਨਾਲ ਨਾ ਜੋੜਿਆ ਹੁੰਦਾ ਤੇ ਪਤਾ ਨਹੀਂ ਹੋਣਾ ਕਿੱਥੇ ਜਾ ਕੇ ਜ਼ਹਿਰੀਆਂ ਦੇ ਵਿੱਚ ਜਾ ਕੇ ਜ਼ਹਿਰ ਪੀਣਾ ਸੀ। ਕਹਿਣ ਤੋਂ ਭਾਵ ਇਹ ਹੈ ਜਿਹੜਾ ਤੇ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜ ਜਾਂਦਾ ਹੈ ਨਾ, ਉਹ ਤੇ ਬਾਰ-ਬਾਰ ਆਪਣੇ ਗੁਰੂ ਨੂੰ ਨਮਸਕਾਰਾਂ ਕਰਦਾ। ਬਲਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਜਿਹੜਾ ਮਨੁੱਖ ਪੂਰੇ ਗੁਰੂ ਨਾਲ ਜੁੜ ਜਾਂਦਾ ਹੈ ਉਹ ਸੰਸਾਰ ਦੀ ਖੁਸ਼ੀਆਂ ਮਾਣਦਿਆਂ ਆਪਣੇ ਗੁਰੂ ਦਾ ਬਾਰ-ਬਾਰ ਸ਼ੁਕਰਾਨਾ ਕਰਦਾ ਹੈ, ਆਪਣੇ ਗੁਰੂ ਨੂੰ ਬਾਰ-ਬਾਰ ਨਮਸਕਾਰ ਕਰਦਾ ਹੈ। ਸੁਣ ਸੱਜਣ ਜੀ ਮੈਂਡੜੇ ਮੀਤਾ ਰਾਮ। ਸਤਿਗੁਰ ਕਹਿੰਦੇ ਮੇਰੇ ਪਿਆਰੇ ਮਿੱਤਰ, ਆ ਮੈਂ ਤੈਨੂੰ ਆਪਣੇ ਗੁਰੂ ਦੀਆਂ ਹੋਰ ਵਡਿਆਈਆਂ ਦੱਸਾਂ ਤੇ ਸ਼ਬਦ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜ ਕੇ ਹੋਰ ਕਿਹੜੀਆਂ ਰਹਿਮਤਾਂ ਪ੍ਰਾਪਤ ਹੁੰਦੀਆਂ ਨੇ। ਗੁਰ ਮੰਤਰ ਸ਼ਬਦ ਸੱਚ ਦਿੱਤਾ ਰਾਮ। ਕਹਿੰਦੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਦੁਨੀਆ ਦੇ ਬਾਬੇ ਕੰਨਾਂ 'ਚ ਫੂਕਰਾਂ ਮਾਰ-ਮਾਰ ਕੇ ਮੰਤਰ ਦਿੰਦੇ ਨੇ, ਪਰ ਮੇਰਾ ਗੁਰੂ ਜਿਹੜਾ ਉਹਨੇ ਮੰਤਰ ਦਿੱਤਾ ਉਹ ਕੋਈ ਲੁਕਾ ਕੇ ਨਹੀਂ ਦਿੱਤਾ ਤੇ ਐਸਾ ਵੀ ਨਹੀਂ ਕਿਹਾ ਕਿ ਇਹ ਮੰਤਰ ਤੈਨੂੰ ਦੇ ਦਿੱਤਾ ਤੂੰ ਕਿਸੇ ਨੂੰ ਦੱਸਣਾ ਨਹੀਂ। ਸਾਡੇ ਗੁਰੂ ਨੇ ਤੇ ਇਹ ਗੱਲ ਕਹੀ ਕਿ ਜਿਹੜਾ ਮੰਤਰ ਤੈਨੂੰ ਦਿੱਤਾ ਹੈ ਨਾ
ਉਹ ਤੂੰ ਕੇਵਲ ਲੁਕਾ ਕੇ ਨਹੀਂ ਰੱਖਣਾ, ਆਪ ਜਪੈ ਅਵਰੈ ਨਾਮ ਜਪਾਵੇ। ਲੋਕਾਂ ਦੇ ਗੁਰੂ ਕਹਿੰਦੇ ਨੇ ਤੇਰਾ ਭਲਾ ਹੋ ਗਿਆ, ਬਾਕੀ ਕਿਸੇ ਲਾਗੇ ਦੱਸਣਾ ਨਹੀਂ, ਭਾਵੇਂ ਸਾਰਿਆਂ ਦਾ ਬੇੜਾ ਗਰਕ ਹੋ ਜਾਵੇ। ਪਰ ਸਾਡਾ ਗੁਰੂ ਕਹਿੰਦਾ ਵੀ ਜੇ ਤੇਰਾ ਭਲਾ ਹੋਇਆ ਤੇ ਕੇਵਲ ਤੂੰ ਇਹ ਭਲਾ ਆਪਣੇ ਤੱਕ ਸੀਮਤ ਨਾ ਰੱਖੀ, ਕਿਉਂਕਿ ਗੁਰੂ ਨਾਨਕ ਦਾ ਘਰ ਕਹਿੰਦਾ ਹੈ ਜਿਹੜਾ ਅੰਮ੍ਰਿਤਮਈ ਪਰਮਾਤਮਾ ਦਾ ਨਾਮ ਰੂਪੀ ਮੰਤਰ ਹੈ, ਵਾਹਿਗੁਰੂ ਮੰਤਰ ਹੈ, ਉਹ ਕੋਈ ਲੁਕਾ ਕੇ ਰੱਖਣ ਵਾਲਾ ਨਹੀਂ। ਜਿਹੜੀ ਗੱਲ ਲੁਕਾ ਕੇ ਰੱਖੀ ਉਹਦੇ ਵਿੱਚ ਕੋਈ ਸ਼ੰਕਾ ਪੈਦਾ ਹੋ ਸਕਦਾ ਹੈ, ਉਹਦੇ 'ਚ ਕਿਸੇ ਦਾ ਕੋਈ ਮਤਲਬ ਹੋ ਸਕਦਾ ਹੈ, ਪਰ ਜਿਹੜੀ ਗੱਲ ਬਿਲਕੁਲ ਓਪਨ ਹੋਵੇ ਨਾ, ਉਹਦੇ 'ਚ ਕਿਸੇ ਪ੍ਰਕਾਰ ਦਾ ਮਨੁੱਖ ਨੂੰ ਕੋਈ ਸ਼ੰਕਾ ਨਹੀਂ ਰਹਿੰਦਾ। ਹੁਣ ਜਿਹੜੀ ਗੁਰਦੁਆਰੇ ਦੀ ਕਮੇਟੀ ਹਿਸਾਬ ਕਿਤਾਬ ਨਾ ਦੱਸੇ ਤੇ ਉਹਦੇ ਤੇ ਸ਼ੰਕਾ ਬਦੋਬਦੀ ਪੈਦਾ ਹੋ ਜਾਂਦਾ ਵੀ ਇਹ ਦੱਸਦੇ ਕੁਝ ਨਹੀਂ। ਤੇ ਜਿਹੜੀ ਗੁਰਦੁਆਰੇ ਦੀ ਕਮੇਟੀ ਹਰ ਮਹੀਨੇ ਸੰਗਤ ਦੇ ਸਾਹਮਣੇ ਹਿਸਾਬ ਲੈ ਕੇ ਲਾ ਦੇਵੇ ਨਾ, ਤੇ ਸੰਗਤ ਕਹਿੰਦੀ ਹੈ ਵੀ ਨਹੀਂ ਇਹ ਸੱਚੇ ਸੁੱਚੇ ਇਨਸਾਨ ਨੇ, ਇਹਨਾਂ ਦੇ ਮਨ ਵਿੱਚ ਕੋਈ ਚੋਰ ਨਹੀਂ। ਕਹਿਣ ਤੋਂ ਭਾਵ ਇਹ ਹੈ ਵੀ ਚੋਰ ਜਿਹੜੀ ਗੱਲ ਨੂੰ ਲੁਕਾਉਂਦਾ ਹੈ ਤੇ ਸਾਧ ਉਹ ਗੱਲ ਨੂੰ ਪ੍ਰਗਟ ਕਰ ਦਿੰਦਾ। ਹੁਣ ਇਸੇ ਤਰ੍ਹਾਂ ਜਿਹੜੇ ਕੰਨਾਂ 'ਚ ਫੂਕਰਾਂ ਮਾਰ ਮਾਰ ਕੇ ਲੁਕਾ ਕੇ ਮੰਤਰ ਦਿੰਦੇ ਨੇ, ਸਾਨੂੰ ਉਹਨਾਂ ਤੇ ਸ਼ੱਕ ਪੈਦਾ ਹੁੰਦਾ ਹੈ, ਤੇ ਜਿਹੜੇ ਓਪਨ ਮੰਤਰ ਦਿੰਦੇ ਨੇ ਸਾਨੂੰ ਪਤਾ ਹੈ ਵੀ ਇਹਨਾਂ ਨੇ ਸਾਡੇ ਤੋਂ ਕੋਈ ਗੱਲ ਲੁਕਾਈ ਨਹੀਂ। ਹੁਣ ਬਾਬੇ ਨਾਨਕ ਦਾ ਘਰ ਵੀ ਮਨੁੱਖ ਨੂੰ ਮੰਤਰ ਦਿੰਦਾ ਹੈ, ਸਾਡਾ ਗੁਰੂ ਵੀ ਸਾਨੂੰ ਮੰਤਰ ਦਿੰਦਾ ਹੈ। ਜਦੋਂ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕੀਦਾ ਹੈ ਤੇ ਉਸ ਵਕਤ ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਕੋਈ, ਸਾਨੂੰ ਪੰਜ ਪਿਆਰਿਆਂ ਤੋਂ ਗੁਰ ਮੰਤਰ ਪ੍ਰਾਪਤ ਹੁੰਦਾ ਹੈ। ਗੁਰ ਮੰਤਰ ਕਿਹੜਾ ਮਿਲਦਾ ਹੈ? ਸ਼ਬਦ ਸੱਚ ਦਿੱਤਾ ਰਾਮ, ਸ਼ਬਦ ਦਾ ਮੰਤਰ ਮਿਲਦਾ ਹੈ। ਵਾਹਿਗੁਰੂ ਸ਼ਬਦ ਦਾ ਮੰਤਰ ਪ੍ਰਾਪਤ ਹੁੰਦਾ ਹੈ। ਤੇ ਹੁੰਦਾ ਕੀ ਹੈ? ਉਹ ਮੰਤਰ ਕੋਈ ਲੁਕਾ ਕੇ ਨਹੀਂ ਦਿੱਤਾ ਜਾਂਦਾ। ਉਹ ਭਾਵੇਂ 100 ਬੰਦਾ ਅੰਮ੍ਰਿਤ ਛਕਣ ਆਇਆ, ਭਾਵੇਂ 1000 ਆਇਆ, ਭਾਵੇਂ 5000 ਆਇਆ, ਪਹਿਲਾਂ ਪੰਜ ਪਿਆਰੇ ਉਹ ਸਾਨੂੰ ਮੰਤਰ ਬਖਸ਼ਦੇ ਨੇ, ਫਿਰ ਉਹ ਗੁਰ ਮੰਤਰ ਸਾਨੂੰ ਦ੍ਰਿੜ ਕਰਾਉਂਦੇ। ਉਹਦੇ ਵਿੱਚ ਕੋਈ ਲੁਕਾਇਆ ਨਹੀਂ ਜਾਂਦਾ ਵੀ ਤੈਨੂੰ ਕੋਈ ਮੰਤਰ ਵੱਖਰਾ ਦਿੱਤਾ ਹੈ ਤੇ ਫਲਾਣੀ ਨੂੰ ਮੰਤਰ ਕੋਈ ਵੱਖਰਾ ਦਿੱਤਾ ਹੈ। ਸਾਰਿਆਂ ਦੇ ਸਾਹਮਣੇ ਉਹ ਮੰਤਰ ਖੋਲ ਕੇ ਬਿਆਨ ਕੀਤਾ ਜਾਂਦਾ ਹੈ। ਇਸ ਕਰਕੇ ਆਪਾਂ ਆਪਣੇ ਗੁਰੂ ਤੋਂ ਬਲਹਾਰ ਜਾਈਏ, ਜਿਹੜਾ ਗੁਰੂ ਸਾਨੂੰ ਸ਼ਬਦ ਦਾ ਸੱਚਾ ਮੰਤਰ ਬਖਸ਼ਿਸ਼ ਕਰਦਾ ਹੈ। ਸੱਚ ਸ਼ਬਦ ਤੇ ਆਇਆ, ਮੰਗਲ ਗਾਇਆ, ਚੁਕੇ ਮਨੋ ਅੰਦੇਸਾ। ਕਹਿੰਦੇ ਜਿਹੜਾ ਸੱਚੇ ਸ਼ਬਦ ਨੂੰ ਧਿਆਉਂਦਾ ਹੈ ਉਹ ਤੇ ਰੱਬ ਦੀ ਖੁਸ਼ੀ ਦੇ ਗੀਤ ਦਿਨ ਰਾਤ ਗਾਉਂਦਾ ਹੈ। ਜਿਹੜਾ ਸ਼ਬਦ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜਦਾ ਹੈ, ਚੁਕੇ ਮਨੋ ਅੰਦੇਸਾ, ਉਹਦੇ ਮਨ ਦੇ ਸਾਰੇ ਭੁਲੇਖੇ, ਸਾਰੇ ਭਰਮ ਜਿਹੜੇ ਨੇ ਉਹ ਗੁਰੂ ਨਾਲ ਮਿਲ ਕੇ ਦੂਰ ਹੋ ਜਾਂਦੇ ਹਨ। ਸੋ ਪ੍ਰਭ ਪਾਇਆ ਕਤਹਿ ਨਾ ਜਾਇਆ, ਸਦਾ ਸਦਾ ਸੰਗ ਬੈਸਾ। ਕਹਿੰਦੇ ਗੁਰੂ ਦੇ ਸੱਚੇ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜ ਕੇ ਜੀਵ ਨੂੰ ਉਸ ਅਕਾਲ ਪੁਰਖ ਦੀ ਪ੍ਰਾਪਤੀ ਹੋ ਜਾਂਦੀ, ਜਿਹੜਾ ਪ੍ਰਮਾਤਮਾ ਨਾ ਉਹ ਮਰੈ ਨਾ ਹੋਵੈ ਸੋਗ, ਜਿੰਦਾ ਰਹਿ ਨਾ ਚੂਕੈ ਭੋਗ। ਕਹਿੰਦੇ ਜੀਵ ਨੂੰ ਗੁਰੂ ਨਾਲ ਮਿਲ ਕੇ ਉਹ ਪ੍ਰਮਾਤਮਾ ਮਿਲ ਜਾਂਦਾ ਹੈ ਜਿਹੜਾ ਕਤਹਿ ਨਾ ਜਾਇਆ, ਜਿਹੜਾ ਕਦੇ ਵੀ ਸੰਸਾਰ ਤੋਂ ਬਿਨਸਦਾ ਨਹੀਂ, ਜਾਂ ਜਿਹੜਾ ਸੰਸਾਰ ਦੇ ਉੱਤੋਂ ਕਦੇ ਮਰਦਾ ਨਹੀਂ। ਜਿਹੜੇ ਦੁਨਿਆਵੀ ਗੁਰੂਆਂ ਦੇ ਨਾਲ ਜੁੜਦੇ ਆ ਨਾ, ਉਹ ਉਸ ਗੁਰੂ ਨਾਲ ਜੁੜਦੇ ਨੇ ਜਿਹੜਾ ਮਰ ਜਾਂਦਾ ਹੈ। ਪਰ ਜਿਹੜਾ ਸ਼ਬਦ ਗੁਰੂ ਨਾਲ ਜੁੜਦਾ ਹੈ ਨਾ, ਉਹ ਉਸ ਅਕਾਲ ਪੁਰਖ ਨਾਲ ਜੁੜ ਜਾਂਦਾ ਹੈ ਜਿਹੜਾ ਸੰਸਾਰ ਤੇ ਕਦੇ ਮਰਦਾ ਹੀ, ਜਿਹੜਾ ਸੰਸਾਰ ਤੇ ਸਦਾ ਰਹਿਣ ਵਾਲਾ, ਸਦਾ ਸਦਾ ਸੰਗ ਬੈਸਾ। ਤੇ ਸਤਿਗੁਰੂ ਕਹਿੰਦੇ ਸਾਨੂੰ ਜੁੜਨਾ ਵੀ ਉਸੇ ਗੁਰੂ ਨਾਲ ਚਾਹੀਦਾ ਹੈ ਜਿਹੜਾ ਸਾਨੂੰ ਉਸ ਮਾਲਕ ਨਾਲ ਜੋੜ ਦਵੇ, ਜਿਹੜਾ ਪਰਮਾਤਮਾ ਸੰਸਾਰ ਤੇ ਕਦੇ ਮਰਦਾ ਹੀ ਨਹੀਂ। ਪ੍ਰਭ ਜੀ ਭਾਣਾ ਸੱਚਾ ਮਾਣਾ, ਪ੍ਰਭ ਹਰ ਤਨ ਸਹਿਜੇ ਦੀਤਾ। ਕਹਿੰਦੇ ਜਿਹੜੇ ਮਨੁੱਖ ਪ੍ਰਭੂ ਜੀ ਦੇ ਨਾਲ ਜੁੜ ਜਾਂਦੇ ਨੇ ਨਾ, ਉਹ ਪ੍ਰਭ ਜੀ ਭਾਣਾ ਸੱਚਾ ਮਾਣਾ, ਉਹ ਕਹਿੰਦੇ ਨੇ ਜੋ ਰੱਬ ਕਰਦਾ ਉਹ ਸੰਸਾਰ ਤੇ ਠੀਕ ਕਰਦਾ, ਕਿਉਂਕਿ ਰੱਬ ਨਾਲ ਜੁੜੇ ਹੋਏ ਇਨਸਾਨ ਦੀ ਇਹ ਨਿਸ਼ਾਨੀ ਹੈ। ਗੁਰੂ ਨਾਲ ਜੁੜੇ ਹੋਏ ਇਨਸਾਨ ਦੀ ਵੀ ਇਹ ਨਿਸ਼ਾਨੀ ਹੈ ਕਿ ਉਹ ਸੰਸਾਰ ਤੇ ਜੋ ਪ੍ਰਮਾਤਮਾ ਕਰਦਾ ਉਹਨੂੰ ਠੀਕ ਕਰਕੇ ਮੰਨਦਾ ਹੈ। ਜਿਵੇਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤਖਤੀ ਤਵੀ ਤੇ ਬਿਠਾਇਆ ਗਿਆ, ਕਈਆਂ ਨੇ ਕਿਹਾ ਵੀ ਬਹੁਤ ਮਾੜਾ ਹੋ ਗਿਆ, ਕਈਆਂ ਨੇ ਕਿਹਾ ਵੀ ਇਹ ਗੱਲ ਚੰਗੀ ਨਹੀਂ, ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਤਖਤੀ ਤਵੀ ਤੇ ਬੈਠ ਕੇ ਵੀ ਕਹਿੰਦੇ ਨੇ ਵੀ ਨਹੀਂ, ਜਿਹੜਾ ਪ੍ਰਮਾਤਮਾ ਕਰਦਾ ਹੈ ਨਾ ਉਹ ਸਭ ਕੁਝ ਠੀਕ ਕਰਦਾ ਹੈ। ਫਿਰ ਪ੍ਰਮਾਤਮਾ ਨੇ ਜੇ ਸਾਨੂੰ ਤਖਤੀ ਤਵੀ ਤੇ ਵੀ ਬਿਠਾਇਆ ਨਾ, ਤੇ ਇਹ ਵੀ ਕਿਸੇ ਭਲੇ ਵਾਸਤੇ ਬਿਠਾਇਆ। ਤੇਰਾ ਕੀਆ
मीठा लागै हर नाम पदार्थ नानक ਮੰਗੈ। ਸਤਿਗੁਰੂ ਕਹਿੰਦੇ ਜਿਹੜਾ ਗੁਰੂ ਨਾਲ ਜੁੜ ਜਾਂਦਾ ਹੈ ਅਸਲ ਵਿੱਚ ਉਹਨੂੰ ਰੱਬ ਦਾ ਹਰ ਕੀਤਾ ਹੋਇਆ ਕੰਮ ਜਿਹੜਾ ਹੈ ਉਹ ਚੰਗਾ ਲੱਗਦਾ ਹੈ। ਇਹੀ ਨਿਸ਼ਾਨੀ ਹੈ ਗੁਰੂ ਨਾਲ ਜੁੜੇ ਹੋਏ ਇਨਸਾਨ ਦੀ। ਪ੍ਰਭ ਹਰ ਧਨ ਸਹਿਜੇ ਦਿੱਤਾ, ਕਹਿੰਦੇ ਕਿ ਫਿਰ ਅਜਿਹੇ ਮਨੁੱਖ ਨੂੰ ਰੱਬ ਦੇ ਘਰ ਚੋਂ ਇਹੋ ਜਿਹੇ ਸੱਚੇ ਧਨ ਦੀ ਪ੍ਰਾਪਤੀ ਹੋ ਜਾਂਦੀ ਹੈ। ਕਹੋ ਨਾਨਕ ਤਿਸ ਜਨ ਬਲਿਹਾਰੀ, ਤੇਰਾ ਦਾਨ ਸਭਨੀ ਹੈ ਲੀਤਾ। ਸਾਹਿਬ ਕਹਿੰਦੇ ਜਿਹੜਾ ਸੱਚੇ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜਦਾ ਉਹ ਤੇ ਬਾਰ-ਬਾਰ ਕਹਿੰਦਾ ਪਰਮਾਤਮਾ ਮੈਂ ਤੇਰੇ ਤੋਂ ਬਲਿਹਾਰ ਹਾਂ, ਤੂੰ ਸਾਰਿਆਂ ਨੂੰ ਪਰਮਾਤਮਾ ਨਾਮ ਦੀ ਦਾਤ ਦੇ ਕੇ ਸੰਸਾਰ ਤੇ ਨਿਵਾਜਦਾ ਹੈ। ਆਪਾਂ ਆਪਣੇ ਗੁਰੂ ਤੋਂ ਵੀ ਬਲਿਹਾਰ ਜਾਂਦੇ ਹਾਂ ਜਿਹੜਾ ਕਿਸੇ ਪ੍ਰਕਾਰ ਦਾ ਕੋਈ ਭੁਲੇਖਾ ਨਹੀਂ ਰੱਖਦਾ, ਕੋਈ ਜਾਤ ਪਾਤ ਦੇ ਬੰਧਨ ਦਾ ਭੁਲੇਖਾ ਨਹੀਂ ਰੱਖਦਾ, ਜਿਹੜਾ ਇਨਸਾਨ ਦੇ ਅੰਦਰ ਸਾਡੇ ਅੰਦਰ ਫਰਕ ਨਹੀਂ ਪਾਉਂਦਾ, ਜਿਹੜਾ ਗੁਰੂ ਮੰਤਰ ਦੇਣ ਲੱਗਿਆਂ ਜਾਂ ਰੱਬ ਨਾਲ ਜੋੜਨ ਵਾਸਤੇ ਵੀ ਇਨਸਾਨ ਨੂੰ ਕਿਸੇ ਪ੍ਰਕਾਰ ਦੀ ਜਾਤ ਬਰਾਦਰੀ ਨਹੀਂ ਪੁੱਛਦਾ, ਜਿਹੜਾ ਗੁਰੂ ਸਾਰਿਆਂ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਲੈਂਦਾ ਹੈ। ਲੋ ਭਾਣਾ ਤਾਂ ਤ੍ਰਿਪਤ ਅਗਾਏ ਰਾਮ। ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਗੁਰੂ ਦੇ ਹੁਕਮ ਵਿੱਚ ਚੱਲਦਾ, ਰੱਬ ਦੇ ਭਾਣੇ ਵਿੱਚ ਚੱਲਦਾ ਹੈ, ਅਸਲ ਵਿੱਚ ਉਹ ਸੰਸਾਰ ਤੇ ਤ੍ਰਿਪਤ ਹੋ ਜਾਂਦਾ ਹੈ ਔਰ ਪਦਾਰਥਾਂ ਵਾਲੇ ਪਾਸੇ ਤੋਂ ਵੀ ਰੱਜ ਜਾਂਦਾ ਹੈ, ਪਦਾਰਥਾਂ ਵਾਲੇ ਪਾਸੇ ਤੋਂ ਤ੍ਰਿਪਤ ਹੋ ਜਾਂਦਾ ਹੈ। ਬਾਰ-ਬਾਰ ਉਹ ਸੰਸਾਰ ਦੇ ਉੱਤੇ ਪਦਾਰਥਾਂ ਦੀ ਮੰਗ ਨਹੀਂ ਕਰਦਾ। ਉਹ ਤੇ ਇਹ ਗੱਲ ਅਰਦਾਸ ਵਿੱਚ ਜ਼ਰੂਰ ਬੇਨਤੀ ਕਰਦਾ ਹੈ ਕਿ ਪਰਮਾਤਮਾ ਜੋ ਤੂੰ ਦਿੱਤਾ ਹੈ ਤਾਂ ਵੀ ਠੀਕ ਹੈ, ਜੇ ਨਹੀਂ ਦਿੱਤਾ ਤੇ ਤਾਂ ਵੀ ਠੀਕ ਹੈ। ਕਹਿਣ ਤੋਂ ਭਾਵ ਜਿਹੜਾ ਮਨੁੱਖ ਗੁਰੂ ਨਾਲ ਜੁੜ ਜਾਂਦਾ ਬਿਨਾਂ ਸੰਤੋਖ ਨਹੀਂ ਕੋ ਰਾਜੈ, ਉਹ ਗੁਰੂ ਦੇ ਦਰ ਤੋਂ ਸੰਤੋਖ ਦੀ ਦਾਤ ਪ੍ਰਾਪਤ ਕਰ ਲੈਂਦਾ ਹੈ। ਜਿਹੜਾ ਦਾਤ ਸੰਤੋਖ ਦੀ ਪ੍ਰਾਪਤ ਕਰ ਲਵੇ, ਪਾਤਸ਼ਾਹ ਕਹਿੰਦੇ ਉਹ ਸਾਰੇ ਪਾਸਿਆਂ ਤੋਂ ਰੱਜ ਜਾਂਦਾ ਹੈ। ਮਨ ਥੀਆ ਠੰਡਾ ਸਭ ਤ੍ਰਿਸ਼ਨ ਬੁਝਾਏ ਰਾਮ। ਜਿਹੜਾ ਫਿਰ ਗੁਰੂ ਨਾਲ ਆਪਣੀ ਦਿਲੋਂ ਸਾਂਝ ਬਣਾ ਲੈਂਦਾ ਨਾ, ਪਾਤਸ਼ਾਹ ਕਹਿੰਦੇ ਕਿ ਉਹਦਾ ਮਨ ਜਿਹੜਾ ਨਾ ਉਹ ਸਦਾ ਵਾਸਤੇ ਠੰਡਾ ਹੋ ਜਾਂਦਾ। ਠੰਡੇ ਤੋਂ ਭਾਵ ਕਿ ਉਹਦੇ ਅੰਦਰ ਸੁੱਖ ਸ਼ਾਂਤੀ ਵਰਤ ਜਾਂਦੀ। ਤ੍ਰਿਸ਼ਨ ਬੁਝਾਏ ਰਾਮ, ਉਸ ਮਨੁੱਖ ਦੇ ਅੰਦਰ ਦੀ ਤ੍ਰਿਸ਼ਨਾ ਸਦਾ ਵਾਸਤੇ ਬੁਝ ਜਾਂਦੀ ਹੈ ਜਿਹੜਾ ਸ਼ਬਦ ਗੁਰੂ ਦੇ ਨਾਲ ਦਿਲੋਂ ਪਿਆਰ ਬਣਾ ਲੈਂਦਾ ਹੈ। ਮਨ ਥੀਆ ਠੰਡਾ ਚੁਕੇ ਡੰਜਾ, ਪਾਇਆ ਬਹੁਤ ਖਜ਼ਾਨਾ। ਪਾਤਸ਼ਾਹ ਕਹਿੰਦੇ ਕਿ ਜਿਹੜਾ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜ ਜਾਂਦਾ ਹੈ, ਜਿੱਥੇ ਉਹਦਾ ਤਨ ਮਨ ਪਰਮਾਤਮਾ ਦੇ ਨਾਮ ਦੇ ਨਾਲ ਠੰਡਾ ਹੋ ਜਾਂਦਾ ਹੈ ਨਾ, ਪਾਤਸ਼ਾਹ ਕਹਿੰਦੇ ਕਿ ਉੱਥੇ ਉਹਦੇ ਸਾਰੇ ਝਗੜੇ ਤੇ ਝਮੇਲੇ ਵੀ ਮੁੱਕ ਜਾਂਦੇ, ਕਿਉਂਕਿ ਪਾਇਆ ਬਹੁਤ ਖਜ਼ਾਨਾ। ਉਹ ਗੁਰੂ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਕਰਕੇ ਇਹ ਸੋਚਦਾ ਕਿ ਮੈਨੂੰ ਰੱਬ ਨੇ ਪਰਮਾਤਮਾ ਦੇ ਇਹ ਨਾਮ ਰੂਪੀ ਦਾਤ ਦੀ ਇੱਕ ਬਹੁਤ ਵੱਡੀ ਖਜ਼ਾਨੇ ਦੀ ਬਖਸ਼ਿਸ਼ ਕਰ ਦਿੱਤੀ, ਕਿਉਂਕਿ ਨਾਮ ਅਮੋਲਕ ਰਤਨ ਹੈ। ਪੂਰੇ ਸਤਿਗੁਰ ਪਾਸ ਸਤਿਗੁਰ ਸੇਵੈ ਲੱਗਿਆ, ਕੱਢ ਰਤਨ ਦੇਵੈ ਪ੍ਰਗਾਸ। ਇਹ ਨਾਮ ਦੀ ਅਮੋਲਕ ਦਾਤ ਜਿਸ ਜੀਵ ਨੂੰ ਪ੍ਰਾਪਤ ਹੋ ਜਾਂਦੀ ਹੈ, ਉਹ ਤੇ ਬਾਰ-ਬਾਰ ਆਪਣੇ ਗੁਰੂ ਦਾ ਸ਼ੁਕਰਾਨਾ ਕਰਦਾ ਕਿ ਮੇਰੇ ਦਾਤਾ ਤੇਰਾ ਬਾਰ-ਬਾਰ ਸ਼ੁਕਰਾਨਾ, ਕਿਉਂਕਿ ਤੂੰ ਮੈਨੂੰ ਬੜੀ ਅਮੋਲਕ ਦਾਤ ਬਖਸ਼ਿਸ਼ ਕੀਤੀ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਹੋਇਆ ਮਨੁੱਖ ਇਹ ਗੱਲ ਕਹਿੰਦਾ ਪਾਇਆ ਬਹੁਤ ਖਜ਼ਾਨਾ। हे ਮੇਰੇ ਸਤਿਗੁਰੂ ਜੀ, ਤੂੰ ਮੇਰੇ ਤੇ ਬੜੀ ਵੱਡੀ ਰਹਿਮਤ ਕੀਤੀ ਹੈ ਜਿਹੜੀ ਮੈਨੂੰ ਨਾਮ ਦੇ ਖਜ਼ਾਨੇ ਦੀ ਦਾਤ ਦੇ ਦਿੱਤੀ ਹੈ। ਸਿੱਖ ਸੇਵਕ ਸਭ ਪੁੰਚਣ ਲੱਗੇ, ਹਉ ਸਤਿਗੁਰ ਕੈ ਕੁਰਬਾਨਾ। ਗੁਰੂ ਜਿਨ੍ਹਾਂ ਨੂੰ ਪਰਮਾਤਮਾ ਦੇ ਨਾਮ ਦੀ ਦਾਤ ਦੇ ਦਿੰਦਾ ਹੈ, ਸਤਿਗੁਰਾਂ ਨੇ ਇਹ ਖਜ਼ਾਨਾ ਕੋਈ ਲੁਕਾ ਕੇ ਨਹੀਂ ਰੱਖਿਆ, ਕਿਉਂਕਿ ਜਿਸ ਵਕਤ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਖਜ਼ਾਨੇ ਦੀ ਬਾਣੀ ਦੇ ਖਜ਼ਾਨੇ ਦੀ ਦਾਤ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਬਖਸ਼ਿਸ਼ ਕੀਤੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਹੋਰ ਬਾਣੀ ਉਚਾਰਨ ਕਰਕੇ ਇਹ ਖਜ਼ਾਨੇ ਵਿੱਚ ਵਾਧਾ ਕੀਤਾ। ਸਤਿਗੁਰਾਂ ਨੇ ਬਚਨ ਉਚਾਰੇ, ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਦਾਨ। ਕਹਿਣ ਤੋਂ ਭਾਵ ਇਹ ਨਾਮ ਰੂਪੀ ਖਜ਼ਾਨੇ ਦੀ ਦਾਤ ਹੈ। ਤੇ ਸਤਿਗੁਰ ਕਹਿੰਦੇ ਜੇ ਕੋ ਖਾਵੈ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰ। ਹੁਣ ਜਿਨ੍ਹਾਂ ਨੂੰ ਸਮਝ ਆਈ, ਮੇਰੇ ਪਾਤਸ਼ਾਹ ਕਹਿੰਦੇ ਕਿ ਜਿਨ੍ਹਾਂ ਨੂੰ ਸਮਝ ਆਈ, ਸਿੱਖ ਸੇਵਕ ਸਭ ਪੁੰਚਣ ਲੱਗੇ। ਕਹਿੰਦੇ ਕਿ ਹੁਣ ਜਿਨ੍ਹਾਂ ਨੂੰ ਸਮਝ ਆਈ ਵੀ ਗੁਰੂ ਦੇ ਕੋਲ ਇਹ ਬਾਣੀ ਦਾ ਖਜ਼ਾਨਾ ਇਹ ਅਮੋਲਕ ਖਜ਼ਾਨਾ ਹੈ, ਪਾਤਸ਼ਾਹ ਕਹਿੰਦੇ ਕਿ ਉਹ ਬਾਣੀ ਨਾਲ ਜੁੜ ਕੇ ਇਹ ਖਜ਼ਾਨੇ ਨੂੰ ਖਾਣ ਲੱਗ ਪਏ, ਖਰਚਣ ਲੱਗ ਪਏ ਤੇ ਆਪਣੇ ਜੀਵਨ ਦਾ ਉਧਾਰ ਕਰਨ ਲੱਗ ਪਏ।
ਤੇ ਉਹ ਕਹਿਣ ਲੱਗੇ ਮੇਰੇ ਸਤਿਗੁਰੂ ਜੀ ਮੈਂ ਤੁਹਾਡੇ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ, ਤੁਸੀਂ ਮੈਨੂੰ ਇਹ ਨਾਮ ਦਾ ਖਜ਼ਾਨਾ ਬਖਸ਼ਿਆ ਹੈ। ਨਿਰਭਉ ਭਏ ਖਸਮ ਰੰਗ ਰਾਤੇ, ਜਮ ਕੀ ਤਰਾਸ 부ਝਾਏ। ਕਹਿੰਦੇ ਨਾਮ ਦੇ ਨਾਲ ਜੁੜੇ ਹੋਇਆਂ ਦੀ ਇਹ ਨਿਸ਼ਾਨੀ ਹੈ। ਉਹ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਤੋਂ ਵਸ। ਜਿਹੜੇ ਨਾਮ ਨਾਲ ਜੁੜ ਕੇ ਉਹ ਨਿਰਭਉ ਬਣ ਗਏ। ਤੇ ਪਾਤਸ਼ਾਹ ਕਹਿੰਦੇ ਕਿ ਖਸਮ ਰੰਗ ਰਾਤੇ, ਉਹ ਰੱਬ ਦੇ ਨਾਲ ਜੁੜੇ ਹੋਏ ਜਮ ਕੀ ਤਰਾਸ ਬੁਝਾਏ। ਪਾਤਸ਼ਾਹ ਕਹਿੰਦੇ ਕਿ ਉਹਨਾਂ ਦੀ ਜਮਦੂਤਾਂ ਦੀ ਫਾਹੀ ਜਿਹੜੀ ਹੈ ਉਹ ਸਦਾ ਵਾਸਤੇ ਕੱਟੀ ਗਈ। ਨਾਨਕ ਦਾਸ ਸਦਾ ਸੰਗ ਸੇਵਕ, ਤੇਰੀ ਭਗਤ ਕਰਉ ਲਿਵ ਲਾਏ। ਸਾਹਿਬ ਕਹਿੰਦੇ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ, ਸਤਿਗੁਰੂ ਕਹਿੰਦੇ ਗੁਰੂ ਨਾਨਕ ਦੀ ਮੋਹਰ ਲਾ ਕੇ, ਸਾਹਿਬ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਂਦਾ ਹਾਂ, ਸਦਕੇ ਜਾਂਦਾ ਹਾਂ। ਜਿਹੜੇ ਸੇਵਕ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਭਗਤੀ ਵਾਲੇ ਪਾਸੇ ਜੁੜ ਜਾਂਦੇ ਨੇ, ਸੱਚੇ ਅਕਾਲ ਪੁਰਖ ਦੀਆਂ ਸਿਫਤਾਂ ਕਰਨ ਲੱਗ ਪੈਂਦੇ ਹਨ। ਪੂਰੀ ਆਸਾ ਜੀ ਮਨਸਾ ਮੇਰੇ ਰਾਮ। ਜਿਹੜੇ ਮਨੁੱਖ ਦਿਲੋਂ ਗੁਰੂ ਨਾਲ ਜੁੜਦੇ ਨੇ ਨਾ, ਉਹ ਇੱਕ ਦਿਨ ਕਹਿਣ ਲੱਗ ਪੈਂਦੇ ਨੇ, ਕਹਿੰਦੇ ਹੇ ਮੇਰੇ ਅਕਾਲ ਪੁਰਖ ਜੀ, ਤੁਸੀਂ ਤੇ ਗੁਰੂ ਨਾਲ ਜੋੜ ਕੇ ਮੇਰੇ ਮਨ ਦੀ ਆਸ ਪੂਰੀ ਕਰ ਦਿੱਤੀ ਹੈ। ਮੋਹ ਨਿਰਗੁਣ ਜੀਓ ਸਭ ਗੁਣ ਤੇਰੇ ਰਾਮ। ਗੁਰੂ ਨਾਲ ਜੁੜ ਕੇ ਉਹ ਇਨਸਾਨ ਕਹਿਣ ਲੱਗ ਪੈਂਦਾ ਹੈ ਪ੍ਰਮਾਤਮਾ ਮੋਹਿ ਨਿਰਗੁਣ ਗੁਣ ਨਾਹੀ ਹੋਏ। ਇਹ ਮੇਰੇ ਪ੍ਰਮਾਤਮਾ ਮੇਰੇ ਵਿੱਚ ਤੇ ਕੋਈ ਗੁਣ ਨਹੀਂ ਸੀ, ਪਰ ਤੂੰ ਫਿਰ ਵੀ ਮੇਰੇ ਤੇ ਕਿਰਪਾ ਕਰਕੇ ਮੈਨੂੰ ਆਪਣੇ ਮੁਬਾਰਕ ਚਰਨਾਂ ਨਾਲ ਜੋੜ ਲਿਆ ਹੈ। ਸਭ ਗੁਣ ਤੇਰੇ ਠਾਕੁਰ ਮੇਰੇ, ਕਿਤ ਮੁਖ ਤੁਧ ਸਾਲਾਹੀ। ਗੁਰੂ ਨਾਲ ਜੁੜਿਆ ਹੋਇਆ ਜੀਵ ਬਾਰ-ਬਾਰ ਕਹਿੰਦਾ ਪਰਮਾਤਮਾ ਤੂੰ ਮੇਰੇ ਤੇ ਬੜੀ ਰਹਿਮਤ ਕੀਤੀ ਹੈ। ਮੇਰੇ ਵਿੱਚ ਤੇ ਕੋਈ ਗੁਣ ਨਹੀਂ ਸੀ, ਪਰ ਤੂੰ ਬੇਅੰਤ ਗੁਣਾਂ ਦਾ ਖਜ਼ਾਨਾ ਸੀ। ਗੁਣਾਂ ਦੇ ਖਜ਼ਾਨੇ ਦਾਤੇ, ਤੂੰ ਮੈਨੂੰ ਆਪਣੇ ਮੁਬਾਰਕ ਚਰਨਾਂ ਨਾਲ ਜੋੜ ਕੇ ਮੇਰੇ ਤੇ ਬੜੀ ਵੱਡੀ ਕਿਰਪਾ ਕੀਤੀ ਹੈ। ਮੈਂ ਕਿਹੜੇ ਮੁਖ ਦੇ ਨਾਲ ਤੇਰੀਆਂ ਰੱਜ-ਰੱਜ ਕੇ ਸਿਫਤਾਂ ਕਰਾਂ। ਗੁਣ ਅਵਗੁਣ ਮੇਰਾ ਕਿਛ ਨਾ ਵਿਚਾਰਿਆ, ਬਖਸ਼ ਲਈ ਆਖਿਨ ਮਾਹੀ। ਇਹ ਮੇਰੇ ਦਾਤਾ ਤੂੰ ਮੇਰੇ ਤੇ ਬੜੀ ਕਿਰਪਾ ਕੀਤੀ, ਤੂੰ ਮੇਰਾ ਕੋਈ ਅਵਗੁਣ ਵੀ ਨਹੀਂ ਚਿਤਾਰਿਆ ਕਿ ਮੇਰੇ ਅੰਦਰ ਕਿੰਨੇ ਅਵਗੁਣ ਸਨ। हे ਮੇਰੇ ਮਾਲਕ ਅਕਾਲ ਪੁਰਖ ਪਰਮੇਸ਼ਰ ਜੀ, ਤੂੰ ਮੇਰਾ ਅਵਗੁਣ ਵੀ ਕੋਈ ਨਹੀਂ ਚਿਤਾਰਿਆ ਤੇ ਮੈਨੂੰ ਆਪਣੇ ਮੁਬਾਰਕ ਚਰਨਾਂ ਦੇ ਨਾਲ ਜੋੜ ਲਿਆ। ਪਿਛਲੇ ਅਵਗੁਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। हे ਮੇਰੇ ਪ੍ਰਮਾਤਮਾ ਤੂੰ ਮੇਰੇ ਤੇ ਬੜੀ ਰਹਿਮਤ ਕੀਤੀ, ਮੈਨੂੰ ਆਪਣੇ ਮੁਬਾਰਕ ਚਰਨਾਂ ਦੇ ਨਾਲ ਜੋੜ ਕੇ। ਨੌ ਨਿਤ ਪਾਏ ਵਜੇ ਵਾਦਾਏ, ਵਾਜੇ ਅਨਹਦ ਤੋਰੇ। हे ਮੇਰੇ ਪਰਮੇਸ਼ਰ ਜੀ, ਤੇਰੇ ਨਾਮ ਦੇ ਨਾਲ ਜੁੜ ਕੇ ਇੰਜ ਕਹਿ ਦਈਏ ਕਿ ਮੈਨੂੰ 9 ਨਿਧੀਆਂ ਪ੍ਰਾਪਤ ਹੋ ਗਈਆਂ। ਨਵ ਨਿਧੀ 18 ਸਿੱਧੀ ਪਿਛੈ ਲੱਗੀਆਂ ਫਿਰੇ, ਜੋ ਹਰ ਹਿਰਦੈ ਸਦਾ ਵਸਾਈ। हे ਮੇਰੇ ਪ੍ਰਮਾਤਮਾ ਜੀ, ਮੈਂ ਤੇ ਅਵਗਣਿਆਰਾ ਸੀ, ਮੈਂ ਤੇ ਪਾਪੀ ਸੀ, ਮੈਂ ਵਿਕਾਰੀ ਸੀ, ਪਰ ਤੂੰ ਮੇਰੇ ਤੇ ਬੜੀ ਕਿਰਪਾ ਕੀਤੀ। ਮੈਨੂੰ ਆਪਣੇ ਨਾਮ ਦੀ ਦਾਤ ਦੇ ਕੇ ਸ਼ਬਦ ਗੁਰੂ ਦੇ ਮੁਬਾਰਕ ਚਰਨਾਂ ਨਾਲ ਜਦੋਂ ਤੂੰ ਜੋੜਿਆ, ਮੈਨੂੰ ਤੇ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਹੋ ਗਈਆਂ। ਵੱਜੀ ਵਧਾਈ ਮੇਰੇ ਹਿਰਦੇ ਰੂਪੀ ਘਰ ਵਿੱਚ ਖੁਸ਼ੀ ਦੀਆਂ ਵਧਾਈਆਂ ਵੱਜਣ ਲੱਗ ਪਈਆਂ। ਵਾਜੇ ਅਨਹਦ ਤੂਰੇ, ਅਨਹਦ ਨਾਦ ਦੇ ਵਾਜੇ, ਖੁਸ਼ੀ ਦੇ ਵਾਜੇ ਮੇਰੇ ਹਿਰਦੇ ਰੂਪੀ ਘਰ ਵਿੱਚ ਵੱਜਣੇ ਸ਼ੁਰੂ ਹੋ ਗਏ। ਕਹੋ ਨਾਨਕ ਮੈਂ ਵਰ ਘਰ ਪਾਇਆ, ਮੇਰੇ ਲਾਥੇ ਜੀ ਸਗਲ ਵਸੋਰੇ। ਅਖੀਰਲੇ ਬੰਦ ਅੰਦਰ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿ ਰਹੇ ਨੇ, हे ਮੇਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ, ਤੂੰ ਮੈਨੂੰ ਨਾਮ ਦੀ ਦਾਤ ਦੇ ਕੇ ਮੇਰੇ ਤੇ ਬਹੁਤ ਵੱਡੀ ਕਿਰਪਾ ਕੀਤੀ। ਮੇਰੇ ਮਨ ਦੇ ਸਾਰੇ ਵਿਸੂਰੇ ਮਿਟ ਗਏ, ਕਿਉਂਕਿ ਜਦੋਂ ਤੋਂ ਮੈਨੂੰ ਵਰ ਦੀ ਘਰ ਦੀ ਪ੍ਰਾਪਤੀ ਹੋਈ, ਮੇਰੇ ਮਨ ਦੇ ਸਾਰੇ ਵਿਸੂਰੇ ਮਿਟ ਗਏ, ਸਾਰੇ ਝੂਰੇ ਮਿਟ ਗਏ। ਕਿਉਂਕਿ ਜਿਸ ਮਨੁੱਖ ਨੂੰ ਚੰਗੇ ਵਰ ਦੀ ਔਰ ਚੰਗੇ ਘਰ ਦੀ ਪ੍ਰਾਪਤੀ ਹੋ ਜਾਵੇ, ਉਹਦੇ ਸਾਰੇ ਝੂਰੇ ਮਿਟ ਜਾਂਦੇ ਨੇ। ਜਿਵੇਂ ਹਰੇਕ ਇਸਤਰੀ ਦੇ ਬੱਚੀ ਦੇ ਮਨ ਦੀ ਇੱਕ ਤਾਂਘ ਹੁੰਦੀ ਹੈ ਕਿ ਮੈਨੂੰ ਚੰਗਾ ਵਰ ਵੀ ਪ੍ਰਾਪਤ ਹੋਵੇ ਤੇ ਚੰਗਾ ਘਰ ਵੀ ਪ੍ਰਾਪਤ ਹੋਵੇ, ਇਸੇ ਤਰ੍ਹਾਂ ਜਿਹੜਾ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜ ਜਾਂਦਾ ਹੈ, ਉਹਨੂੰ ਵਰ ਰੂਪੀ ਪਰਮਾਤਮਾ ਦੀ ਵੀ ਚੰਗੇ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਸੱਚੇ ਘਰ ਦੀ ਵੀ, ਗੁਰੂ ਨਾਨਕ ਦੇ ਘਰ ਦੀ ਵੀ ਪ੍ਰਾਪਤੀ ਹੋ ਜਾਂਦੀ ਹੈ। ਜਿਹਨੂੰ ਸੱਚਾ ਵਰ ਮਿਲ ਜਾਵੇ ਤੇ ਸੱਚਾ ਘਰ ਮਿਲ ਜਾਵੇ, ਉਹਦੇ ਸਾਰੇ ਝਗੜੇ ਝੂੜੇ ਮਿਟ ਜਾਂਦੇ।
ਤਰ੍ਹਾਂ ਜਿਹੜਾ ਸੱਚੇ ਗੁਰੂ ਦੇ ਚਰਨਾਂ ਦੇ ਨਾਲ ਆ ਕੇ ਗੁਰੂ ਗ੍ਰੰਥ ਸਾਹਿਬ ਦੇ ਮੁਬਾਰਕ ਚਰਨਾਂ ਨਾਲ ਜੁੜਦਾ ਹੈ, ਉਹਦੇ ਮਨ ਦੇ ਸਾਰੇ ਝੋਲੇ ਮਿਟ ਜਾਂਦੇ ਨੇ। ਸਦੀਵ ਖੁਸ਼ੀਆਂ ਉਸ ਇਨਸਾਨ ਦੀ ਝੋਲੀ ਵਿੱਚ ਪੈ ਜਾਂਦੀਆਂ ਨੇ ਜਿਹੜਾ ਸਤਿਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜਦਾ। ਅੱਜ ਦੇ ਮੁਬਾਰਕ ਅੰਮ੍ਰਿਤਮਈ ਸ਼ਬਦ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਅੰਮ੍ਰਿਤਮਈ ਸ਼ਬਦ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਜਿਹੜਾ ਮਨੁੱਖ ਸੱਚੇ ਗੁਰੂ ਦੇ ਮੁਬਾਰਕ ਚਰਨਾਂ ਨਾਲ ਜੁੜ ਜਾਂਦਾ ਹੈ, ਉਹਨੂੰ ਪਰਮਾਤਮਾ ਦੇ ਘਰ ਦੀਆਂ ਸਾਰੀਆਂ ਦਾਤਾਂ, ਸਾਰੀਆਂ ਰਹਿਮਤਾਂ ਪ੍ਰਾਪਤ ਹੋ ਜਾਂਦੀਆਂ ਨੇ। ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਅੰਮ੍ਰਿਤਮਈ ਸ਼ਬਦ ਦੇ ਨਾਲ ਜੁੜ ਕੇ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਅੱਜ ਇਹ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਿਰਪਾ ਕਰਨ ਸਾਹਿਬ ਸਾਡੇ ਸਾਰਿਆਂ ਦੇ